भगत बच्छल पार ब्रह्म स्वामी, दीन बंद प्रभ अंतर जामी। ब्रह्मादिक ते अमर जियावरा, सकै न भेद लखत तब थोरा। वाहिगुरु जी का खालसा, वाहिगुरु जी की फतेह। गुरु गरीब नवाज अंतरजामी भगत वत्सल, किरपा दे खजाने धन धन साहिब श्री गुरु ग्रंथ साहिब महाराज दी पावन पवित्र हजूरी विच सजी होई गुरु रूप गुरु खालसा साध संगत जी, धन धन सतगुरु गुरु नानक देव साहिब जी महाराज। चल रहे लड़ीवार कथा भगत प्रहलाद जी के पास सतगुरु महाराज पहुंचे हैं ਅਤੇ भगत प्रहलाद जी अपने समय ਦੇ ਵਿੱਚ ਜੋ ਉਹਨਾਂ ਦੇ ਨਾਲ ਹਰਨਾਕਸ਼ ਨੇ ਦੁਸ਼ਟਤਾਈ ਕੀਤੀ, ਜਿਵੇਂ ਉਹ ਮਾਰਿਆ ਗਿਆ, ਜਿਸ ਤਰ੍ਹਾਂ ਸੰਸਾਰ ਨੂੰ ਫਿਰ ਨਾਮ ਜਪਾਇਆ। ਔਰ ਕੱਲ ਦੇ ਪ੍ਰਸੰਗ ਵਿੱਚ श्रवण किया कि किस प्रकार परमेश्वर जी ने अपने हुक्म अनुसार हरनाक्ष दुष्ट हर मारिया, प्रहलाद तराया। जदों उसनूं मार दिता, बहुत भारी वीर रस विच खड़े हन, जा करके हरनाक्ष दे सिंघासन ते फिर बैठ गए। दानव सारे भज गए। देवतियां ने जब इन्ना गुस्सा देखिया, ब्रह्मंड कंबे ने जदों लक्ष्मी नूं कहा जाके तुसी शांत करो, कहण लगी ये काम तां हुण प्रहलाद ही कर सकदा, क्योंकि वो प्रहलाद करके ही वीर रस विच आए ने। प्रहलाद जी ने जाके दंडौत बंदना करके चरण पकड़ लए। परमेश्वर जी शांत रूप विच हो गए। सो इस तरह शांति स्वरूप जदों होए, प्रहलाद जी दे मन अंदर बहुत प्यार पैदा होया, अखां विचों जल जा रहा कि मेरे वास्ते आपने अवतार धारिया इत्थे और दुष्ट का खात्मा किया है, सृष्टि का भला होया है। इहदे नाल नाल फिर आप जी ने परमेश्वर की उस्तति भी की है। आओ श्रवण करते हाँ अगे प्रसंग। नाल नाल अज बाबा वीर सिंह जी नरंगाबादियां दा शहीदी दिन भी है। संसार भर विच उन्हां दी बरसी मनाई जा रही है। अखीर ते उन्हां दे जीवन बारे भी थोड़ा विचार करांगे। सतगुरु महाराज की किरपा नाल प्रसंग श्रवण करदे रसना नूं करिए पवित्र प्यार सत्कार नाल। गज के आखो सतनाम श्री वाहेगुरु साहिब जी। सतनाम श्री वाहेगुरु साहिब जी। भगत बच्छल पार ब्रह्म स्वामी, दीन बंद प्रभ अंतर जामी। उस वक्त फिर परमेश्वर की उस्तति करदियां होया प्रहलाद जी कहन लगे हथ जोड़ के कि आप भगतां दे प्यारे हो, पापां पुन्नां तो परे हे पार ब्रह्म मालक जी, दीन जो गरीब ने उन्हां दे बंधप हो, आप रिश्तेदार हो, हे प्रभु आप अंतरजामी हो। ब्रह्मादिक ते अमर जे औरा,
ਬ੍ਰਹਮਾ ਆਦਿਕ ਤੋਂ ਲੈ ਕੇ ਹੋਰ ਜਿਤਨੇ ਵੀ ਦੇਵਤੇ ਹਨ, ਸਕੈ ਨ ਭੇਦ ਲਖਤ ਤਬ ਥੋਰਾ। ਤੁਹਾਡਾ ਜਿਹੜਾ ਭੇਦ ਹੈ ਉਹ ਥੋੜਾ ਮਾਤਰ ਵੀ ਨਹੀਂ ਪਾ ਸਕਦੇ। ਕਹਿ ਬੇਅੰਤ ਸੁਰਤ ਵਿਦਿਆ ਅਪਰਾ। ਸੋ ਉਪਨਿਸ਼ਦ ਵਿੱਚ ਦੋ ਤਰ੍ਹਾਂ ਦੀ ਵਿਦਿਆ ਲਿਖੀ ਹੈ, ਇੱਕ ਪਰਾ ਵਿਦਿਆ ਤੇ ਦੂਜੀ ਅਪਰਾ। ਬ੍ਰਹਮ ਆਤਮਾ ਨੂੰ ਕਥਨ ਕਰਨ ਵਾਲੀ ਵਿਦਿਆ ਪਰਾ ਹੈ, ਹੋਰ ਸਭ ਵਿਦਿਆ ਅਪਰਾ ਹੈ। ਸੋ ਵੇਦ ਵਿਦਿਆ ਪਰਾ ਤੇ ਦੂਜੀਆਂ ਵਿਦਿਆ ਅਪਰਾ ਆਪ ਨੂੰ ਬੇਅੰਤ ਕਹਿੰਦੀਆਂ ਹਨ। ਮੈਂ ਦਾਨਵ ਕਹਿ ਲੇਖੇ ਬਪਰਾ। ਸੋ ਮੈਂ ਜਿਹੜਾ ਦਾਨਵਾਂ ਦੇ ਕੁਲ ਦੇ ਵਿੱਚ ਪੈਦਾ ਹੋਇਆ, ਮੈਂ ਕਿਸ ਲੇਖੇ ਵਿੱਚ ਹਾਂ ਤੁੱਛ ਜਿਹਾ। ਔਰ ਨਹੀਂ ਕੋ ਗੋਤਾ ਗਤ ਜਾਨੀ। ਹੋਰ ਜਿਹੜੀ ਹੈ ਕਿਸੇ ਪ੍ਰਕਾਰ ਦੀ ਕੋਈ ਗਤ ਨਹੀਂ ਜਾਣੀ। ਨਿਸ਼ਚੈ ਮੈਂ ਕਰੀ ਤਪਛਾਨੀ। ਨਿਸ਼ਚੈ ਹੀ ਮੈਂ ਇੱਕ ਆਪ ਜੀ ਦੀ ਰੀਤੀ ਪਛਾਣੀ ਹੈ। ਇਹ ਪ੍ਰਕਾਰ ਨਹਿ ਰੀਝੋ ਆਪੋ। ਆਪ ਜੀ ਕਿਸੇ ਵੀ ਤਰੀਕੇ ਦੇ ਨਾਲ ਪ੍ਰਸੰਨ ਨਹੀਂ ਹੁੰਦੇ ਹੋ। ਕਰੋ ਭਗਤ ਪਿਖ ਕੈ ਦੁਖ ਖਾਪੋ। ਬਸ ਇੱਕ ਦੇਖਦੇ ਹੋ ਕਿ ਭਗਤਾਂ ਨੂੰ ਦੁੱਖ ਦਿੰਦਾ ਕੋਈ ਤਾਂ ਰਿਪ ਤਾਪਨ ਹੈ, ਜਪ ਜਾਪਨ ਹੈ। ਰਿਪ ਜਿਹੜਾ ਦੁਸ਼ਮਣ ਹੁੰਦਾ ਉਹਨੂੰ ਤਾਪਣ ਵਾਲੇ, ਸਜ਼ਾ ਦੇਣ ਵਾਲੇ। ਸੋ ਇਸ ਤਰ੍ਹਾਂ ਸਲੀਖਤ ਮੁਦਾਮ ਹੈ, ਗਨੀਮੁਲ ਖਿਰਾਜ ਹੈ। ਦੁਸ਼ਮਣਾਂ ਨੂੰ ਖਿਰਾਜ ਲਾਉਣ ਵਾਲੇ ਆਪ ਹੋ। ਇਸ ਕਰਕੇ ਇੱਥੇ ਕਹਿੰਦੇ ਨੇ ਕਿ ਜਦੋਂ ਕੋਈ ਭਗਤ ਦੁਖੀ ਹੁੰਦਾ, ਉਹਨੂੰ ਕੋਈ ਬੰਦਾ ਦੁਖੀ ਕਰਦਾ ਹੈ, ਉਸ ਦੁਸ਼ਟ ਦਾ ਤੁਸੀਂ ਫਿਰ ਨਾਸ਼ ਕਰ ਦਿੰਦੇ ਹੋ ਜੀ। 10 ਗੁਣ ਸੰਜੋਤਾ ਜੋ ਦਿਜ ਹੋਈ। 10 ਗੁਣਾਂ ਦੇ ਸਮੇਤ ਜੋ ਬ੍ਰਾਹਮਣ ਹੁੰਦਾ ਹੈ। ਭਗਤ ਬਿਹੀਨ ਪਰਸੇਦ ਨਾ ਕੋਈ। ਭਗਤੀ ਤੋਂ ਬਿਨਾ ਪ੍ਰਸੰਨ ਨਹੀਂ ਕੋਈ ਕਰ ਸਕਦਾ ਆਪ ਨੂੰ। ਜੋ ਭਗਤਹੀਣ ਹੈ ਤਾਂ ਤੁਸੀਂ ਪ੍ਰਸੰਨ ਨਹੀਂ ਹੁੰਦੇ, ਭਾਵੇਂ 10 ਗੁਣ ਵੀ ਹੋਣ। 10 ਗੁਣ ਹੀਨ ਜੇ ਅਹ ਚੰਡਾਲਾ। ਜੇ ਕੋਈ ਚੰਡਾਲ ਬੰਦਾ 10 ਗੁਣਾਂ ਤੋਂ ਵੀ ਹੀਣਾ ਹੋਵੇ, ਪ੍ਰੇਮ ਭਗਤ ਮਹਿ ਮਗਨ ਵਿਸਾਲਾ। ਪਰ ਉਹ ਪ੍ਰੇਮਾ ਭਗਤੀ ਦੇ ਵਿੱਚ ਬਹੁਤਾ ਮਗਨ ਹੋਵੇ ਜੀ, ਤੇ ਸਮ ਤੁਮ ਕੋ ਅਪਰ ਨ ਪਿਆਰਾ। ਤੁਸੀਂ ਉਹਨੂੰ ਪਿਆਰ ਕਰਦੇ ਹੋ। ਮਹਾਰਾਜ ਜਿਵੇਂ ਫਰਮਾਉਂਦੇ, ਵਾਤੇ ਉੱਤਮ ਗਨੋ ਚੰਡਾਲਾ, ਨਾਨਕ ਜੇ ਮਨ ਬਸੈ ਗੋਪਾਲਾ। ਇਹ ਸਤਿਗੁਰੂ ਕਹਿੰਦੇ ਹੋਰ ਸਾਰਿਆਂ ਨਾਲੋਂ ਜਿੰਨਾ ਮਰਜ਼ੀ ਕੋਈ ਕਰਮ ਕਰੀ ਜਾਵੇ, ਜੇ ਕੋਈ ਚੰਡਾਲ ਬੰਦਾ ਵੀ ਭਗਤੀ ਕਰਦਾ, ਉਹ ਪਰਮੇਸ਼ਰ ਨੂੰ ਪਿਆਰਾ ਹੈ। ਇਹ ਨਿਰਣਾ ਮੈਂ ਹਿਰਦੈ ਵਿਚਾਰਾ। ਇਹ ਨਿਰਣਾ ਮੈਂ ਮਨ ਦੇ ਅੰਦਰ ਵਿਚਾਰ ਨਾ ਕੀਤਾ ਹੈ। ਦੋਹਰਾ ਜਗ ਦਾਨ ਤਪ ਧਰਮ ਸਤ ਸਮ ਦਮ ਧੀਰਜ ਜਵੰਤਾ। ਜਗ ਕਰਨੇ, ਦਾਨ ਦੇਣਾ, ਤਪ ਕਰਨੇ, ਧਰਮ ਦੇ ਕਰਮ ਕਰਨੇ, ਸੱਚ ਬੋਲਣਾ, ਸਮਦਮ ਰੱਖਣੇ, ਧੀਰਜ ਰੱਖਣਾ। ਸਹਿਨਸ਼ੀਲ ਮਤ ਸਰਤ ਰਹਿਤਾ 10 ਗੁਣ ਇਹੀ ਗਣੰਤਾ। ਫੇਰ ਬੰਦੇ ਦੇ ਅੰਦਰ ਕਿਸੇ 'ਚ ਸਹਿਨਸ਼ੀਲਤਾ ਹੋਵੇ, ਈਰਖਾ ਤੋਂ ਬਿਨਾਂ ਹੋਵੇ। ਇਹ 10 ਗੁਣ ਵੀ ਜਿਹੜੇ ਗਿਣੇ ਜਾਂਦੇ ਨੇ ਉਹਦੇ ਵਿੱਚ ਹੋਣ। ਚੌਪਈ ਦਿਜ ਕੁਲ ਮਾਨ ਭਰੇ ਉਰ ਭਾਰੀ। ਸੋ ਦਿਜ ਕੁਲ ਜਿਹੜੀ ਹੈ ਮਾਨ ਭਰੇ ਔਰ ਭਾਰੀ। ਬ੍ਰਾਹਮਣ ਕੁਲ 'ਚ ਹੋ ਕੇ ਜੇ ਕੋਈ ਹੰਕਾਰ ਕਰਦਾ ਹੈ, ਭਗਤਹੀਨ ਗੁਣ ਅਗ ਹਨ ਹਾਰੀ। ਸੋ ਜਿਹੜੇ ਬੰਦੇ ਨੇ ਸੰਸਾਰ ਦੇ ਅੰਦਰ ਹੋਵੇ ਬ੍ਰਾਹਮਣ ਹੰਕਾਰ ਦਾ ਭਰਿਆ, ਭਗਤੀ ਤੋਂ ਹੀਣਾ ਹੋਵੇ, ਉਹਦੇ ਗੁਣ ਪਾਪਾਂ ਦੇ ਤੁਲ ਮੰਨੇ ਜਾਂਦੇ ਨੇ ਜੇ ਉਹ ਭਗਤੀ ਨਹੀਂ ਕਰਦਾ। ਨੀਚ ਜਾਤ ਤਜ ਕਰ ਮਨ ਮਾਨਾ। ਸੋ ਜਿਹੜੀ ਸੀ ਨੀਚ ਜਾਤ ਛੱਡ ਕਰਕੇ ਫਿਰ ਜਿਨ੍ਹਾਂ ਨੇ ਮਨ ਦਾ ਹੰਕਾਰ ਛੱਡਿਆ, ਨੀਚੀ ਜਾਤੀ ਨੇ, ਨੀਚ ਜਾਤ ਤਜ ਕਰ ਮਨ ਮਾਨਾ। ਮਨ ਦਾ ਮਾਨ ਜਿਹੜਾ ਨੀਚ ਜਾਤ ਨੇ ਛੱਡ ਦਿੱਤਾ। ਤੁਮਰੇ ਸੇਵੈ ਚਰਨ ਮਹਾਨਾ। ਇਹ ਤੁਹਾਡੇ ਚਰਨਾਂ ਦੀ ਕੋਈ ਸੇਵਾ ਕਰੇ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਸੋ ਇਸ ਪ੍ਰਕਾਰ ਭਗਤਹੀਣੰ ਜਥਾ ਵਿਪਰਾ।
ਭਗਤੀ ਤੋਂ ਹੀਣਾ ਜਿਵੇਂ ਬ੍ਰਾਹਮਣ ਹੁੰਦਾ, ਉਹਨੂੰ ਕੋਈ ਮਾਨਤਾ ਨਹੀਂ ਦਿੰਦੇ ਪਰਮੇਸ਼ਰ। ਅਸਲੀ ਮਾਨਤਾ ਪਰਮੇਸ਼ਰ ਦਿੰਦੇ ਉਸੇ ਨੂੰ ਹੀ ਜੋ ਭਗਤੀ ਕਰਦਾ। ਸੋ ਪਾਵਨ ਹਵੈ ਕਰ ਸਰਵੰਗਾ, ਉਹ ਸਾਰੇ ਅੰਗਾਂ ਕਰਕੇ ਪਾਵਨ ਪਵਿੱਤਰ ਹੁੰਦਾ। ਔਰ ਨਕੇਰ ਕਰਹਿ ਅਗ ਭੰਗਾ, ਉਹ ਬੰਦਾ ਹੋਰਾਂ ਦੇ ਪਾਪਾਂ ਨੂੰ ਵੀ ਨਾਸ ਕਰਦਾ ਹੈ ਜੀ। ਸੁਨ ਮਮ ਬਿਨਤੀ ਤੇਰ ਭਾਵਨ ਸਾਈ, ਤਿੰਨਾਂ ਲੋਕਾਂ ਦੇ ਮਾਲਕ ਹੈ ਪਰਮੇਸ਼ਰ ਜੀ, ਮੇਰੀ ਬੇਨਤੀ ਸੁਣੋ ਜੀ। ਸ਼ਾਂਤ ਰੋਸ ਕਰ ਗਿਰਾ ਅਲਾਈ, ਸੋ ਸ਼ਾਂਤੀ ਜਿਹੜੀ ਹੈ ਇਹਨੂੰ ਰੋਸ ਗੁੱਸੇ ਨੂੰ ਭਾਵ ਸ਼ਾਂਤ ਕਰਕੇ ਇਸ ਤਰ੍ਹਾਂ ਬਚਨ ਕੀਤਾ। ਅਹੋ ਪ੍ਰਹਿਲਾਦ ਭਗਤ ਤੂੰ ਪੂਰਾ, ਫਿਰ ਅਸਲੀ ਰੂਪ ਵਿੱਚ ਪ੍ਰਗਟ ਹੋ ਕੇ ਸ਼ਾਂਤ ਰੂਪ ਹੋ ਗਏ। ਇਹ ਪ੍ਰਹਿਲਾਦ ਤੂੰ ਸਾਡਾ ਪੂਰਾ ਭਗਤ ਹੈ ਭਾਈ। ਕੋ ਵਿਦਤੇ ਹੋਏ ਨਾ ਊਰਾ, ਤੂੰ ਕਿਸੇ ਤਰੀਕੇ ਨਾਲ ਵੀ ਊਰਾ ਤੋਂ ਭਾਵ ਖਾਲੀ ਨਹੀਂ ਹੈ। ਵਰ ਜਾਚੋ ਜੋ ਹਵੈ ਚਿਤ ਮਾਹੀ, ਹਾਂ ਤੇਰੇ ਚਿੱਤ ਵਿੱਚ ਜੇ ਕੋਈ ਵਰ ਦੀ ਇੱਛਾ ਹੈ, ਕੁਛ ਚਾਹੁੰਦਾ ਹੈ ਤਾਂ ਮੇਰੇ ਪਾਸੋਂ ਮੰਗ ਲੈ। ਤੋਤੇ ਨਹਿ ਅਦਿਆ ਮੁਝ ਪਾਹੀ, ਕਿਉਂਕਿ ਇਹੀ ਜੀ ਕੋਈ ਚੀਜ਼ ਨਹੀਂ ਜਿਹੜੀ ਤੈਨੂੰ ਮੈਂ ਦੇ ਨਾ ਸਕਾਂ। ਸੁਨ ਕਰ ਮੈਂ ਪੁਨ ਗਿਰਾ ਬਖਾਨੀ, ਸੁਣ ਕੇ ਮੈਂ ਫਿਰ ਇਸ ਤਰ੍ਹਾਂ ਬੇਨਤੀ ਕੀਤੀ। ਮਮ ਮਨ ਸਰਬ ਕਾਮਨਾ ਹਾਨੀ, ਮਹਾਰਾਜ ਜੀ ਮੇਰੇ ਮਨ ਦੀਆਂ ਸਾਰੀਆਂ ਇੱਛਾਵਾਂ ਖਤਮ ਹੋ ਗਈਆਂ ਨੇ। ਜੋ ਸਕਾਮ ਤਬ ਭਗਤ ਕਰੇ, ਜਿਹੜਾ ਤੁਹਾਡੀ ਸਕਾਮ ਭਗਤੀ ਕਰਦਾ ਸਹਿਤ ਕਾਮਨਾ ਦੇ। ਬਨਕ ਸਮਾਨ ਜਾਣੀਏ ਤੇ, ਉਹ ਬੰਦਾ ਬਾਣੀਏ ਵਰਗਾ ਹੁੰਦਾ ਹੈ, ਬਾਣੀਏ ਵਾਂਗੂ ਵਪਾਰ ਕਰਦਾ ਹੈ। ਜਿਹੜਾ ਕਹਿੰਦਾ ਕਿ ਮੈਂ ਆਹ ਸੇਵਾ ਕਰੂੰ ਮੈਨੂੰ ਆਹ ਫਲ ਦੇ ਦੇ, ਮੈਂ ਆਹ ਪਾਠ ਕਰੂੰ ਮੈਨੂੰ ਆਹ ਫਲ ਦੇ ਦੇ, ਉਹ ਬੰਦੇ ਤੇ ਬਾਣੀਏ ਵਰਗੇ ਹੁੰਦੇ ਨੇ। ਸ੍ਰੀ ਨਰ ਹਰਿ ਪੁਨ ਬੈਨ ਉਚਾਰੇ, ਫਿਰ ਨਰਸਿੰਘ ਜੀ ਨੇ ਭਜਨ ਕੀਤੇ। ਭਗਤ ਲਖੋ ਮੁਝ ਮਹਾ ਉਧਾਰੇ, ਸੋ ਜਿਹੜੇ ਭਗਤ ਨੇ ਉਹ ਸਾਰਿਆਂ ਨਾਲੋਂ ਵੱਡੇ ਸ੍ਰੇਸ਼ਟ ਹਨ। ਨਿਸ਼ਚੈ ਸਰਬ ਚਾਹ ਤੈ ਤਿਆਗੀ, ਇਹ ਗੱਲ ਠੀਕ ਹੈ ਕਿ ਨਿਸ਼ਚੈ ਕਰਕੇ ਹੀ ਆਪਣੇ ਮਨ ਵਿੱਚੋਂ ਤੂੰ ਸਾਰੀ ਇੱਛਾ ਤਿਆਗ ਦਿੱਤੀ ਹੈ। ਤਦ ਪਾ ਮੋਹਿ ਤੋਖਨ ਹਿਤ ਲਾਗੇ, ਤਾਂ ਵੀ ਮੈਨੂੰ ਪ੍ਰਸੰਨ ਕਰਨ ਵਾਸਤੇ ਤੂੰ ਮੰਗ, ਕਿਉਂਕਿ ਜੇ ਤੂੰ ਮੈਥੋਂ ਮੰਗੇਗਾ ਤਾਂ ਮੇਰੀ ਖੁਸ਼ੀ ਹੈ। ਜਾਚੋ ਵਰ ਆਏ ਸੋ ਅਨੁਸਾਰੇ, ਸੋ ਆਗਿਆ ਦੇ ਅਨੁਸਾਰ ਪਹਿਲਾਂ ਤਾਂ ਤੂੰ ਸੀ ਨਹੀਂ ਮੰਗਦਾ, ਔਰ ਹੁਣ ਸਾਡਾ ਹੁਕਮ ਹੈ ਤੈਨੂੰ ਕਿ ਤੂੰ ਵਰ ਮੰਗ। ਨਿਰਚਿਤ ਭਾਈ ਵਿਧੀ ਚੰਦ ਜਦੋਂ ਹੋ ਗਏ, ਘੋੜੇ ਕੱਢ ਕੇ ਲਿਆਂਦੇ, ਦੂਸਰਾ ਘੋੜਾ ਕੱਢ ਕੇ ਲਿਆਂਦਾ ਭਾਈ ਕੇ ਰੂਪੇ। ਉਸ ਵਕਤ ਮਹਾਰਾਜ ਨੇ ਬਚਨ ਕੀਤਾ ਮੰਗ। ਨਹੀਂ ਮਹਾਰਾਜ ਇੱਛਾ ਨਹੀਂ ਹੈ। ਫਿਰ ਕਹਿੰਦੇ ਮੰਗ। ਨਹੀਂ ਮਹਾਰਾਜ ਕੋਈ ਇੱਛਾ ਨਹੀਂ ਹੈ। ਤੀਜੀ ਵਾਰ ਕਹਿੰਦੇ ਜੇ ਤੂੰ ਨਹੀਂ ਮੰਗੇਗਾ ਫਿਰ ਅਸੀਂ ਨਾਰਾਜ਼ ਹਾਂ, ਮੰਗ, ਸਾਡੀ ਖੁਸ਼ੀ ਲਈ ਮੰਗ। ਕਹਿਣ ਲੱਗੇ ਭਾਈ ਵਿਧੀ ਚੰਦ ਫਿਰ ਉਹ ਦੇ ਦਿਓ ਜੋ ਤੁਹਾਨੂੰ ਚੰਗਾ ਲੱਗਦਾ, ਮੈਂ ਤਾਂ ਹੁਣ ਕੀ ਮੰਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਮੈਨੂੰ ਤਾਂ ਚੰਗਾ ਲੱਗਦਾ ਵਾਹਿਗੁਰੂ। ਕਹਿੰਦੇ ਮਹਾਰਾਜ ਕਰ ਦਿਓ ਫਿਰ ਕਿਰਪਾ। ਉਸ ਵਕਤ ਗਲ ਨਾਲ ਲਾ ਲਿਆ। ਫਿਰ ਵਿਧਿਆ ਸੀਨਾ ਗੁਰੂ ਕਾ ਸੀਨਾ, ਨਾਮ ਰੰਗ ਮੈਂ ਸਦਾ ਹੀ ਪੀਨਾ, ਇਹ ਵਰ ਦਿੱਤਾ। ਜਦੋਂ ਪਰਮੇਸ਼ਰ ਕਹਿੰਦੇ ਮੰਗ, ਭਗਤ ਕਬੀਰ ਜੀ ਨੂੰ ਕਹਿੰਦੇ ਮੰਗ, ਜੋ ਕਹੇਗਾ ਦਊਂਗਾ। ਕਹਿੰਦੇ ਕੁਛ ਨਹੀਂ ਚਾਹੀਦਾ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਮੰਗ, ਕੁਛ ਵੀ ਮੰਗ। ਕਬੀਰ ਜੀ ਕਹਿੰਦੇ ਕੀ ਮੰਗਾ, ਸਭ ਕੁਛ ਨਾਸਵੰਤ ਹੈ। ਫਿਰ ਤੀਜਾ ਬਚਨ ਹੋਇਆ, ਕਹਿੰਦੇ ਜ਼ਰੂਰ ਮੰਗ ਲੈ, ਸਾਡੀ ਖੁਸ਼ੀ ਨਹੀਂ ਰਹਿਣੀ। ਨਹੀਂ, ਖੁਸ਼ੀ ਸਾਡੀ ਇਸੇ ਚ ਹੈ ਕਿ ਤੂੰ ਮੰਗੇ। ਕਬੀਰ ਜੀ ਕਹਿੰਦੇ ਮੈਂ ਮੰਗਦਾ, ਜੋ ਨਾਸ ਨਹੀਂ ਹੁੰਦਾ ਉਹ ਦੇ ਦਿਓ। ਪਰਮੇਸ਼ਰ ਕਹਿੰਦੇ ਉਹ ਤਾਂ ਮੈਂ ਹੀ ਆ। ਕਹਿੰਦੇ ਫਿਰ ਤੁਸੀਂ ਆ ਜਾਓ, ਤੁਸੀਂ ਹੁਣ ਮੇਰੇ ਹਿਰਦੇ 'ਚ ਸਦਾ ਲਈ ਰਹਿਣਾ ਪ੍ਰਗਟ ਰੂਪ ਹੋ ਕੇ।
ਸੋ ਇਸ ਤਰ੍ਹਾਂ ਜਦੋਂ ਨਿਰੀਛਿਤ ਹੋ ਜਾਂਦਾ ਜੀਵ, ਫਿਰ ਪਰਮੇਸ਼ਰ ਕਹਿੰਦੇ ਮੰਗ। ਜਿਹੜਾ ਰੋਜ਼ ਹੀ ਮੰਗਣ ਖੜ ਜਾਂਦਾ, ਸੁਕਾਮ ਕਰਮੀ ਪੁਰਸ਼ ਬਾਣੀ ਮੰਗੋ, ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਬਸਦਾ ਜਿਉ ਫਿਰਤਾ। ਵਪਾਰ ਕਰਦਾ ਫਿਰਦਾ ਮਨ ਉਹ ਬੰਦਾ ਤਾਂ, ਮੈਂ ਬੜੀ ਕਥਨੀ ਕਰਦਾ ਹਾਂ, ਇੰਨੇ ਪੈਸੇ ਲਾਉਂਗਾ, ਮੈਂ ਇਹ ਕੋ ਕਰਦਾ, ਇਹਦੇ ਇੰਨੇ ਪੈਸੇ ਲਾਉਂਗਾ, ਜਾਂ ਮੈਂ ਇੰਨੀ ਸੇਵਾ ਕੀਤੀ, ਇੰਨੀ ਬਾਣੀ ਪੜ੍ਹੀ, ਇਹਦੇ ਬਦਲੇ ਮੈਨੂੰ ਆਹ ਦੇ ਦਿਓ। ਉਹ ਤਾਂ ਬਾਣੀਆਂ ਬਣ ਗਿਆ, ਵਪਾਰ ਕਰਦਾ। ਪਰ ਭਗਤ ਵਪਾਰ ਨਹੀਂ ਕਰਦੇ, ਨਿਰੀਛਿਤ ਹੋ ਜਾਂਦੇ ਨੇ। ਨਿਰੀਛਿਤ ਹੋਣ ਕਰਕੇ ਫਿਰ ਅਕਾਲ ਪੁਰਖ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਹਨ। ਤਨ ਮੈਂ ਤੂੰ ਮੇਰੂ ਹਿਤਕਾਰੀ। ਉਹ ਕਹਿਣ ਲੱਗੇ ਤੂੰ ਬਹੁਤ ਜ਼ਿਆਦਾ ਮੇਰੇ ਵਿੱਚ ਬਹੁਤ ਸੋਹਣੀ ਲਿਵ ਲਾ ਕੇ ਰੱਖਦਾ, ਪ੍ਰੇਮੀ ਹੈ, ਅਨੰਨ ਭਗਤ ਹੈ। ਬੰਦ ਹੱਥ ਮੈਂ ਮਾਨ ਰਜਾਇਆ। ਦੋਵੇਂ ਹੱਥ ਜੋੜ ਕੇ ਮੈਂ ਆਗਿਆ ਮੰਨ ਕੇ, ਕਹਿਓ ਜੇ ਰਾਵਰਾਂ ਕੇ ਅਸਦਾਇਆ। ਕਹਿਣ ਲੱਗਿਆ ਜੀ ਮੈਂ ਪਰਮੇਸ਼ਰ ਜੀ ਨੂੰ ਕਿ ਜੇ ਤੁਹਾਡੀ ਇਹੀ ਜੀ ਦਇਆ ਹੈ, ਸਰਬ ਕਾਮਨਾ ਉਰਜਰ ਜਾਮ ਹੈ। ਫਿਰ ਇਹ ਕਿਰਪਾ ਕਰ ਦਿਓ ਕਿ ਮੇਰੇ ਮਨ ਦੇ ਅੰਦਰ ਕੋਈ ਵੀ ਜਿਹੜੀ ਕਾਮਨਾ ਹੈ ਸਭ ਸੜ ਜਾਣ, ਕੋਈ ਕਾਮਨਾ ਨਾ ਰਹੇ ਮੇਰੀ। ਤਬ ਪਾਗਹ ਭਗਤ ਸਦਾ ਰਤ ਭਾਵ ਹੈ। ਇਹ ਮੇਰੇ ਤੇ ਕਿਰਪਾ ਕਰ ਦਿਓ ਕਿ ਮੇਰੇ ਮਨ ਦੇ ਅੰਦਰ ਸਦਾ ਹੀ ਆਪਦੇ ਚਰਨਾਂ ਦੀ ਪ੍ਰੀਤੀ ਬਣੀ ਰਹੇ। ਅਸ ਕਹਿ ਬਾਰ ਬਾਰ ਸਿਰ ਨਿਆਈ। ਇਉਂ ਕਹਿ ਕੇ ਬਾਰ-ਬਾਰ ਮੱਥਾ ਟੇਕਿਆ। ਰਹਿਓ ਚਰਨ ਪੰਕਜ ਲਪਟਾਏ। ਚਰਨਾਂ ਕਮਲਾਂ ਦੇ ਨਾਲ ਫੇਰ ਲਿਪਟ ਗਿਆ। ਹਵੈ ਪ੍ਰਸੰਨ ਭਗਤਨ ਗੁਣ ਖਾਨੀ। ਉਸ ਵਕਤ ਪ੍ਰਸੰਨ ਚਿੱਤ ਹੋ ਕੇ ਜੋ ਗੁਣਾਂ ਦੀ ਖਾਨ ਸਨ ਭਗਤਾਂ ਦੇ ਉੱਤੇ, ਮਿਰਦੁਲ ਮੁਦਰ ਬੋਲੇ ਸੁਠ ਬਾਣੀ। ਬੜੀ ਕੋਮਲ ਮਿੱਠੀ ਤੇ ਸੁੰਦਰ ਬਾਣੀ ਬੋਲੇ। ਸਦਾ ਅਚਲ ਸੁਖ ਦੋਨੋਂ ਲੋਕਾਂ। ਤੈਨੂੰ ਦੋਨਾਂ ਲੋਕਾਂ ਦਾ ਅਚਲ ਸੁਖ ਦਿੱਤਾ ਸੀ। ਨਿਰਸੰਦੇਹ ਹਵੈ ਭੋਗ ਅਸੋਕਾ। ਬਿਨਾਂ ਕਿਸੇ ਸ਼ੰਕੇ ਤੋਂ, ਬਿਨਾਂ ਕਿਸੇ ਸੋਗ ਤੋਂ ਇੱਥੇ ਵੀ ਮੌਜਾਂ ਕਰ ਤੇ ਪਰਲੋਕ ਵਿੱਚ ਵੀ ਮੌਜਾਂ ਕਰੇਂਗਾ। ਸਭ ਦਾਨਵ ਕਾ ਭਵਾਲਾ। ਤੂੰ ਸਾਰਿਆਂ ਦਾਨਵਾਂ ਦਾ ਤੈਨੂੰ ਰਾਜਾ ਬਣਾ ਦਿੱਤਾ ਸੀ। ਕਰੋ ਰਾਜ ਵੈਸੇ ਚਿਰਕਾਲਾ। ਜਿੰਨਾ ਚਿਰ ਤੇਰਾ ਜੀ ਕਰਦਾ ਰਾਜ ਕਰ ਫੇਰ ਹੁਣ। ਸਰਬ ਸਰੋਵਨ ਭਗਤ ਹਮਾਰਾ। ਤੂੰ ਸਾਡੇ ਸਾਰੇ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਹੈ। ਸਵੈ ਨ ਸਕਹਿ ਮਦਮਾਨ ਵਿਕਾਰਾ। ਤੈਨੂੰ ਨਾ ਹੰਕਾਰ ਛੂਹੇਗਾ, ਨਾ ਕੋਈ ਵਿਕਾਰ ਛੂਹੇਗਾ। ਤੂੰ ਬਿਲਕੁਲ ਸ਼ੁੱਧ ਸਰੂਪ ਭਗਤ ਹੈ ਮੇਰਾ। ਸੁਨ ਇਵ ਬਤ ਜੋ ਕਹੇ ਜਗਨਾਥਾ। ਇਸ ਤਰ੍ਹਾਂ ਦੇ ਜਿਹੜੇ ਬਚਨ ਕਹੇ ਸੁਣ ਕੇ ਜਗਨਨਾਥ ਦੇ ਬੋਲਿਓ ਮੈਂ ਨਾਈ ਪਗ ਮਾਥਾ। ਮੈਂ ਪਰਮੇਸ਼ਰ ਜੀ ਦੇ ਚਰਨਾਂ ਤੇ ਮੱਥਾ ਨਵਾ ਕੇ ਬੋਲਿਆ। ਮਮ ਪਿਤਾ ਅਤਿਛੈ ਅਗੇ ਮਲੀਨਾ। ਮੇਰਾ ਜਿਹੜਾ ਪਿਤਾ ਹਰਨਾਕਸ਼ ਸੀ ਬਹੁਤ ਜ਼ਿਆਦਾ ਪਾਪੀ ਤੇ ਮਲੀਨ ਸੀ ਜੀ। ਨਿੰਦਕ ਹੋਏ ਦਰੋਹ ਤੁਮ ਕੀਨਾ। ਨਿੰਦਕ ਹੋ ਕੇ ਉਹਨੇ ਤੁਹਾਡੇ ਨਾਲ ਦਰੋਹ ਕੀਤਾ ਹੈ ਜੀ। ਦੀਨ ਦਿਆਲ ਇਸਕੇ ਗਤ ਕੀਜੈ। ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਇਹ ਹੁੰਦਾ ਪੁੱਤਰ ਤੇ ਇਹ ਹੁੰਦਾ ਭਗਤ, ਇਹ ਹੁੰਦਾ ਪਰ ਉਪਕਾਰ। ਫਰੀਦਾ ਬੁਰੇ ਦਾ ਭਲਾ ਕਰ। ਕਹਿੰਦੇ ਫਿਰ ਹੁਣ ਇੱਕ ਕਿਰਪਾ ਹੋਰ ਕਰ ਦਿਓ। ਮੇਰਾ ਪਿਤਾ ਪਾਪੀ ਸੀ ਮੈਂ ਜਾਣਦਾ, ਬਖਸ਼ਣ ਵਾਲਾ ਨਹੀਂ ਹੋ, ਗਲਤੀਆਂ ਕੀਤੀਆਂ ਨੇ ਬੜੀਆਂ, ਪਰ ਫੇਰ ਵੀ ਮੇਰਾ ਪਿਤਾ ਹੈ। ਕਿਰਪਾ ਕਰਕੇ ਮੇਰੇ ਪਿਤਾ ਦੀ ਕਲਿਆਣ ਕਰ ਦਿਓ। ਹੁਣ ਉਹਨੂੰ ਬਖਸ਼ ਲਾਓ। ਪ੍ਰਹਿਲਾਦ ਜੀ ਨੇ ਆਪਣੇ ਪਿਤਾ ਨੂੰ ਵੀ ਬਖਸ਼ਾ ਲਿਆ। ਸਭ ਅਪਰਾਧ ਬਖਸ਼ ਕਰ ਦੀਜੈ। ਮੇਰੇ ਪਿਤਾ ਦੇ ਸਾਰੇ ਕਿਰਪਾ ਕਰਕੇ ਅਪਰਾਧ ਬਖਸ਼ ਦਿਓ ਜੀ। ਤੁਮ ਸੋਕੀਨ ਵਿਰੋਧ ਮਲੀਨੇ। ਤੁਹਾਡੇ ਨਾਲ ਬਹੁਤ ਮੈਲੀ ਮੱਤ ਰੱਖ ਕੇ ਵਿਰੋਧ ਕਰਦਾ ਰਿਹਾ। ਕਹੇ ਕੋ ਵਚਨ ਕੁਟਿਲ ਮਤ ਹੀਨੇ। ਬੜੇ ਮਤ ਤੋਂ ਹੀਣੇ ਨੇ, ਬੁੱਧੀ ਤੋਂ ਹੀਣੇ ਨੇ, ਬੜੇ ਖੋਟੇ ਬਚਨ ਤੁਹਾਡੇ ਵਾਸਤੇ, ਬੜੇ ਭੈੜੇ ਬਚਨ ਕਰਦਾ ਸੀ। ਸਭ ਔਗਣ ਮੈਂ ਪੂਰਨ ਪਾਪੀ। ਉਹ ਬੜਾ ਵੱਡਾ ਪਾਪੀ ਸੀ, ਸਿਰ ਤੋਂ ਪੈਰ ਤੱਕ ਔਗਣਾਂ ਦਾ ਭਰਿਆ ਹੋਇਆ ਸੀ। ਉਹ ਬਿਨਾ ਕਾਜ ਜਗ ਜੀਵ ਸੰਤਾਪੀ। ਬਿਨਾਂ ਹੀ ਕਿਸੇ ਕੰਮ ਤੋਂ ਅਕਾਰਥ ਹੀ ਦੁਨੀਆ ਨੂੰ ਉਹਨੇ ਸੰਤਾਪ ਦਿੱਤਾ।
ਤੁਮਰੋ ਜਗ ਮੈਂ ਬਿਰਧ ਸੁਹਾਵਨ। ਪਰ ਤੁਹਾਡਾ ਜੱਗ ਦੇ ਵਿੱਚ ਇੱਕ ਸੋਹਣਾ ਬਿਰਦ ਹੈ ਜੀ, ਦੀਨ ਨਿਵਾਜ ਪਤਿਤ ਕੇ ਪਾਵਨ। ਕਿਉਂਕਿ ਤੁਸੀਂ ਗਰੀਬਾਂ ਨੂੰ ਨਵਾਜਣ ਵਾਲੇ ਹੋ, ਇੱਕ ਤੁਸੀਂ ਪਤਿਤ ਨੂੰ ਪਾਵਨ ਕਰਨ ਵਾਲੇ ਹੋ ਜੀ। ਸ਼ਿਮਾ ਧਾਰ ਦੀਜੈ ਤਿਹ ਮੋਖਾ। ਕਿਰਪਾ ਕਰ ਦਿਓ ਮੇਰੇ ਪਿਤਾ ਨੂੰ ਮਾਫ ਕਰਕੇ ਫਿਰ ਮੋਕਸ਼ ਦੇ ਦਿਓ, ਕਲਿਆਣ ਕਰ ਦਿਓ, ਮੁਕਤੀ ਦੇ ਦਿਓ ਮੇਰੇ ਪਿਤਾ ਨੂੰ। ਏਕ ਨ ਗੁਨੀਐ ਮਨ ਮੈਂ ਦੁਖਾ। ਹੁਣ ਮਨ ਦੇ ਅੰਦਰ ਉਹਨਾਂ ਦਾ ਕੋਈ ਦੋਸ਼ ਨਾ ਗਿਣੋ, ਕਿਉਂਕਿ ਮੇਰੀ ਇਹ ਬੇਨਤੀ ਹੈ। ਪ੍ਰਹਿਲਾਦ ਜੀ ਦੇ ਮਨ ਵਿੱਚ ਤਾਂ ਕੋਈ ਈਰਖਾ ਭਾਵਨਾ ਹੈ ਹੀ ਨਹੀਂ ਸੀ, ਨਫ਼ਰਤ ਨਹੀਂ ਸੀ, ਇਸ ਕਰਕੇ ਹੀ ਭਲਾ ਹੀ ਚਾਹੁੰਦੇ ਜੇ। ਮਹਾਰਾਜ ਤਾਂ ਭਲਾ ਹੀ ਕਰਦੇ ਸਦਾ। ਪੈਂਡੇ ਖਾਂ ਦੇ ਜਦ ਮਾਰਨ ਲੱਗੇ ਸ੍ਰੀ ਸਾਹਿਬ, ਉੱਤੋਂ ਲਿਆਂਦੀ ਖਿੱਚ ਕੇ, ਪੜ੍ਹ ਪੈਂਡਿਆ ਕਲਮਾ ਤੇਰਾ ਭਲਾ ਹੋ ਜੇ। ਦੇਖੋ ਨਾਲੇ ਇੰਨਾ ਜੰਗ ਕੀਤਾ, ਉਹ ਕਹਿੰਦਾ ਸੱਚੇ ਪਾਤਸ਼ਾਹ ਹੁਣ ਤਾਂ ਤੇਰੀ ਤਲਵਾਰ ਹੀ ਮੇਰਾ ਕਲਮਾ ਹੈ, ਇੰਨਾ ਹੀ ਕਿਹਾ ਬਸ। ਦੋ ਟੋਟੇ ਹੋ ਗਏ। ਗੁਰੂ ਸਾਹਿਬ ਨੇ ਢਾਲ ਦੀ ਛਾਂ ਕਰ ਦਿੱਤੀ, ਟੋਕਰੇ ਜਿਹੀ ਢਾਲ ਸੀ ਵੱਡੀ ਸਾਰੀ, ਨਾਲੇ ਅੱਖਾਂ 'ਚੋਂ ਦੋ ਅੱਥਰੂ ਆਏ। ਕਹਿੰਦੇ ਇਹ ਤਾਂ ਸਾਡਾ ਪੁੱਤਰ ਸੀ, ਇਹਨੂੰ ਅਸੀਂ ਖੇਡਣਾ ਸਿਖਾਉਂਦੇ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਮਨ ਅੰਦਰ ਵੈਰ ਨਹੀਂ ਹੈ, ਸਿਰਫ ਬੰਦੇ ਦੇ ਵੈਰੀ ਉਹਦੇ ਆਪਣੇ ਔਗਣੀ ਹੁੰਦੇ ਹਨ। ਸ੍ਰੀ ਨਰਸਿੰਘ ਕਿਰਪਾ ਰਸ ਭੀਨੇ। ਨਰਸਿੰਘ ਜੀ ਉਸ ਵਕਤ ਬਹੁਤ ਕਿਰਪਾ ਰਸ ਵਿੱਚ ਆ ਗਏ। ਬੱਚੇ ਨੇ ਦੇਖੋ ਕਿੰਨੀ ਵੱਡੀ ਦਾਤ ਮੰਗੀ। ਬੋਲੇ ਬਿਗਸਤ ਬਚਨ ਪਰਵੀਨੇ। ਉਸ ਵਕਤ ਬਹੁਤ ਖੁਸ਼ ਹੋ ਕੇ ਸਿਆਣੇ ਪਰਮੇਸ਼ਰ ਜੀ ਬੋਲੇ, ਜੇ ਕੁਲ ਜਨਮਿਆ ਤੁਮ ਮਮ ਦਾਸਾ। ਜਿਸ ਕੁਲ ਦੇ ਵਿੱਚ ਤੂੰ ਮੇਰਾ ਦਾਸ ਜੰਮਿਆ ਹੈ ਭਾਈ, ਭਗਤ ਕੀਨ ਦ੍ਰਿੜ ਲਖਿਓ ਨਾ ਤਰਾਸਾ। ਭਗਤੀ ਕਰਕੇ ਤੂੰ ਪੱਕਾ ਰਿਹਾ ਤਾਂ ਡਰਿਆ ਨਹੀਂ ਹੈ। ਕੋ ਸੰਦੇਹ ਤਿਹ ਪਿਤ ਗਤ ਕਾਰੇ। ਤੈਨੂੰ ਹੁਣ ਸ਼ੰਕਾ ਕੀ ਸ਼ੱਕ ਹੈ ਕਿ ਉਹਦੇ ਪਿਤਾ ਦੀ ਮੁਕਤੀ ਨਹੀਂ ਹੋਵੇਗੀ? ਤੇਰੇ ਪਿਤਾ ਦੀ ਮੁਕਤੀ ਹੋਵੇਗੀ। ਜਗ ਸਾਗਰ ਕੁਲ 21 ਤਾਰੇ। ਤੇਰੀਆਂ 21 ਕੁਲਾਂ ਪ੍ਰਹਿਲਾਦ ਤਰੀਆਂ ਨੇ, ਤੂੰ ਚਿੰਤਾ ਨਾ ਕਰ, ਤੇਰੀਆਂ 21 ਕੁਲਾਂ ਤਰ ਜਾਣਗੀਆਂ ਭਾਈ। ਅਛ ਕਹਿ ਦੀਨ ਰਾਜ ਅਵੇਖੇਕਾ। ਇਸ ਤਰ੍ਹਾਂ ਰਾਜ ਤਿਲਕ ਉਸ ਨੂੰ ਕਰ ਦਿੱਤਾ। ਕਿਰਪਾ ਧਾਰ ਮੁਝ ਸਹਿਤ ਵਿਵੇਕਾ। ਕਿਰਪਾ ਧਾਰੀ ਬਹੁਤ, ਵਿਵੇਕ ਤੋਂ ਭਾਵ ਗਿਆਨ ਦੇ ਸਮੇਤ। ਬਹੁਰੂ ਸ੍ਰੀ ਨਰਸਿੰਘ ਮਹਾਨਾ। ਫਿਰ ਨਰਸਿੰਘ ਜੀ ਜੋ ਬਹੁਤ ਵੱਡੇ, ਸਭ ਦੇਖਤ ਭੇ ਅੰਤਰ ਧਿਆਨਾ। ਸਾਰਿਆਂ ਦੇ ਦੇਖਦਿਆਂ ਦੇਖਦਿਆਂ ਹੀ ਅੰਤਰ ਧਿਆਨ ਹੁੰਦਾ, ਅਲੋਪ ਹੋ ਗਏ। ਸੋ ਪ੍ਰਭ ਅਵਕਲ ਕਾਲ ਮਝਾਰਾ। ਉਹ ਪਰਮੇਸ਼ਰ ਹੁਣ ਕਲਯੁਗ ਦੇ ਸਮੇਂ ਵਿੱਚ ਭਗਤ ਸਰੂਪ ਧਰਿਓ ਅਵਤਾਰਾ। ਸੋ ਭਗਤੀ ਸਰੂਪ, ਜਿਹੜਾ ਭਗਤੀ ਨਹੀਂ ਮਾਨੋ ਸਰੂਪ ਧਾਰਿਆ, ਆਪ ਨੇ ਅਵਤਾਰ ਭਗਤੀ ਦਾ ਹੀ ਧਾਰਿਆ ਹੈ। ਨਰ ਮਲੀਨ ਆਗ ਪੀਨ ਨਿਹਾਰੇ। ਜਿਨੇ ਸ੍ਰਿਸ਼ਟੀ ਦੇ ਬੰਦੇ ਨੇ ਬਹੁਤੇ ਜ਼ਿਆਦਾ ਪਾਪੀ ਹਨ ਦੇਖੇ ਤੁਸੀਂ, ਤਿਨਹਿ ਬਤਾਵਨ ਪੰਥ ਸੁਖਾਰੇ। ਉਹਨਾਂ ਨੂੰ ਤਰਨ ਵਾਸਤੇ ਸੌਖਾ ਰਸਤਾ ਦੇਣ ਆਏ ਹੋ ਤੁਸੀਂ। ਦਾਸ ਜਾਨ ਮੁਝ ਦਰਸ਼ਨ ਦੀਨਾ। ਮੈਨੂੰ ਆਪ ਨੇ ਦਾਸ ਜਾਣ ਕੇ ਦਰਸ਼ਨ ਦਿੱਤਾ ਜੀ। ਤਬ ਤਨ ਧਰ ਨਰ ਹਰ ਰਖ ਕੀਨਾ। ਤਦੋਂ ਆਪ ਨੇ ਨਰਸਿੰਘ ਦਾ ਰੂਪ ਧਾਰ ਕੇ ਮੇਰੀ ਰੱਖਿਆ ਕੀਤੀ ਸੀ। ਹੁਣ ਗੁਰੂ ਨਾਨਕ ਰੂਪ ਹੋ ਕੇ ਤੁਸੀਂ ਮੇਰੇ ਤੇ ਕਿਰਪਾ ਕਰਕੇ ਮੈਨੂੰ ਦਰਸ਼ਨ ਦਿੱਤੇ। ਹਾਂਜੀ, ਮੋਹ ਸੰਗ ਇਮ ਭਾ ਬਿਰਤੰਤੇ। ਮਹਾਰਾਜ ਮੇਰੇ ਨਾਲ ਇਸ ਤਰ੍ਹਾਂ ਦਾ ਇਹ ਬਿਰਤਾਂਤ ਉਸ ਵਕਤ ਹੋਇਆ। ਪ੍ਰਹਿਲਾਦ ਦਾ ਪ੍ਰਸੰਗ ਉਹਨਾਂ ਨੇ ਆਪ ਵਰਣਨ ਕੀਤਾ। ਪ੍ਰਹਿਲਾਦ ਜੀ ਸਤਿਯੁਗ ਦੇ ਸਮੇਂ ਹੋਏ ਦੱਸੇ ਜਾਂਦੇ ਨੇ। ਸੋ ਜੀ ਤੋਂ ਸਮਝ ਪੈਂਦੀ ਹੈ ਕਿ ਆਰੀਆ ਕੁਲ ਦੇ ਲੋਕ ਉੱਤਰੀ ਪੰਜਾਬ ਫਤਿਹ ਕਰ ਚੁੱਕੇ ਸਨ, ਪਰ ਦੱਖਣੀ ਪੰਜਾਬ ਮੁਲਤਾਨ ਰਾਜਧਾਨੀ ਵਾਲਾ ਜੇ ਅਸਲੀ ਵਸਨੀਕਾਂ ਦੈਂਤਾਂ ਦੇ ਹੱਥ ਸੀ, ਜਿਨ੍ਹਾਂ ਦੀ ਤਹਿਜ਼ੀਬ ਦੇ ਨਮੂਨੇ ਹੁਣ ਹੜੱਪੇ ਦੇ ਖੰਡਰਾਤ ਵਿੱਚੋਂ ਨਿਕਲੇ ਨੇ। ਸੋ ਉਸ ਸਮੇਂ ਦੇ ਆਰੀਆ ਕੁਲ ਦੇ ਵੜਕਿਆਂ ਤੇ ਦੈਂਤਾਂ ਦੇ ਯੁੱਧ ਜੰਗ ਦੇ ਹਾਲ ਪਹਿਲੋਂ ਰਵਾਇਤਾਂ ਵਿੱਚ ਰਹੇ, ਫਿਰ ਪੁਰਾਣਾਂ ਵਿੱਚ ਲਿਖੇ ਗਏ। ਦੈਂਤਾਂ ਦੇ ਇਲਾਕੇ ਨੂੰ ਪਤਾਲ ਕਰਕੇ ਵੀ ਲਿਖਦੇ ਨੇ, ਜਿਸ ਤੋਂ ਉਦੋਂ ਮੁਰਾਦ ਦੱਖਣੀ ਪੰਜਾਬ ਦੇ ਹਿੱਸੇ ਦੀ ਹੋਣੀ ਹੈ। ਸੋ ਜਿਹਦੀ ਰਾਜਧਾਨੀ ਮੁਲਤਾਨ ਹੈ, ਮੁਲਤਾਨ ਸੀ ਉਸ ਵਕਤ। ਸੋ ਮੁਲਤਾਨ ਵਿੱਚ ਪ੍ਰਹਿਲਾਦਪੁਰੀ ਮੰਦਿਰ ਹੁਣ ਤੱਕ ਹੈ।
ਇਸ ਜ਼ਬਰਦਸਤ ਰਾਜਧਾਨੀ ਦੇ ਕਮਰ ਪ੍ਰਹਿਲਾਦ ਜੀ ਆਰੀਆ ਵਿਦਿਆ ਦੇ ਅਸਰ ਹੇਠ ਆ ਕੇ ਪਰਮੇਸ਼ਰ ਦੇ ਭਗਤ ਹੋ ਗਏ, ਜਿਸ ਦੇ ਕਿ ਉਸ ਦੇ ਵੱਡੇ ਕਾਇਲ ਨਹੀਂ ਸਨ, ਵੱਡੇ ਵਡੇਰੇ ਜਿਹੜੇ ਸਨ। ਸੋ ਉਹਦੇ ਦ੍ਰਿੜ ਵਿਸ਼ਵਾਸ ਤੇ ਭਗਤੀ ਪਰ ਵਾਹਿਗੁਰੂ ਵੱਲੋਂ ਸਹਾਇਤਾ ਹੋਣੀ ਕੋਈ ਅਚਰਜ ਗੱਲ ਨਹੀਂ। ਇਸੇ ਕ੍ਰਿਸ਼ਮੇ ਨੇ ਜਾਪਦਾ ਕਿ ਦੈਂਤਾਂ ਜਾਂ ਅਸਲੀ ਵਸਨੀਕਾਂ ਨੂੰ ਆਰੀਆ ਸੱਭਿਅਤਾ ਦਾ ਕਾਇਲ ਕਰਕੇ ਉਹਨਾਂ ਵਿੱਚ ਰਲਾ ਮਿਲਾ ਦਿੱਤਾ। ਪ੍ਰਹਿਲਾਦ ਦਾ ਭਗਤ ਹੋਣਾ ਤੇ ਉਹਦੀ ਰੱਖਿਆ ਲਈ ਇਹ ਅਸਮਾਨੀ ਕ੍ਰਿਸ਼ਮਾ ਵਰਤਣਾ ਸ੍ਰੀ ਗੁਰੂ ਸਾਹਿਬਾਂ ਦੀ ਆਪਣੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ 'ਚ ਵਰਣਿਤ ਹੈ। ਪ੍ਰਹਿਲਾਦ ਦਾ ਸਮੇਰ ਪਰ ਮਿਲਣਾ ਇਹ ਕਥਾ ਸੋ ਆਪਾਂ ਸਾਰਿਆਂ ਨੇ ਸ਼ਰਵਣ ਵੀ ਕੀਤੀ ਹੈ, ਪਿੱਛੋਂ ਲੈ ਕੇ ਕਈ ਲੇਖਕਾਂ ਨੇ ਆਪਣੇ ਢੰਗ ਨਾਲ ਵੀ ਪਾਈ ਹੈ। ਸੋ ਜਿਸ ਤੋਂ ਕਿ ਉਹਦੇ ਵੱਡੇ ਹੰਦਾਲ ਦੀ ਗੁਰੂ ਨਾਨਕ ਦੇਵ ਜੀ ਤੋਂ ਉੱਚਤਾ ਪ੍ਰਗਟ ਹੋਵੇ। ਸੋ ਇਸ ਤਰ੍ਹਾਂ ਕਈ ਚੀਜ਼ਾਂ ਪਾਈਆਂ ਵੀ ਹਨ, ਪਰ ਫਿਰ ਵੀ ਪ੍ਰਹਿਲਾਦ ਜੀ ਆਪ ਬਹੁਤ ਵੱਡੇ ਭਗਤ ਹੋਏ ਨੇ। ਉਹਨਾਂ ਦੀ ਵਿਆਖਿਆ ਜਿਹੜੀ ਕਥਾ ਸਾਰੀ ਉਹਨਾਂ ਨੇ ਆਪਣੇ ਮੁਖੋਂ ਸੁਣਾਈ ਹੈ। ਸੁਨਹੁ ਕਾਨ ਵਾਲੇ ਮਤਵੰਤੇ, ਇਹ ਮਤ ਵਾਲੇ ਭਾਈ ਬਾਲੇ ਕੰਨ ਦੇ ਕੇ ਸੁਣੋ ਇਹ ਗੱਲ। ਸ੍ਰੀ ਅੰਗਦ ਸੁਣੀਏ ਮਨ ਲਾਏ, ਧੰਨ ਗੁਰੂ ਅੰਗਦ ਦੇਵ ਜੀ ਮਨ ਲਾ ਕੇ ਸੁਣੋ। ਸੁਣੀ ਸਰਬ ਜਬ ਕਥਾ ਸੁਹਾਈ, ਜਦੋਂ ਬੜੀ ਸੋਭਨੀਕ ਇਹ ਕਥਾ ਸੁਣੀ। ਬੰਦ ਹੱਥ ਮੈਂ ਬੰਧਨ ਕੀਨੀ, ਦੋਵੇਂ ਹੱਥ ਜੋੜ ਕੇ ਮੈਂ ਬੰਦਨਾ ਕੀਤੀ। ਭਗਤ ਤਨ ਤੇ ਮਹਿਮਾ ਬੜ ਚੀਨੀ, ਸੋ ਭਗਤਾਂ ਨਾਲੋਂ ਵੱਡੀ ਮਹਿਮਾ ਜਾਣੀ। ਕਿਤਕ ਕਾਲ ਸ੍ਰੀ ਗੁਰ ਤੇ ਪਾਸਾ, ਕਿੰਨਾ ਕੁ ਸਮਾਂ ਸਤਿਗੁਰੂ ਜੀ ਉਸ ਕੋਲ ਰਹੇ। ਰਹਿ ਕਰ ਕੀਨੀ ਬਚਨ ਵਿਲਾਸਾ, ਰਹਿ ਕਰਕੇ ਬਚਨ ਵਿਲਾਸ ਕੀਤੇ ਹਨ। ਕਰੀ ਪਰਸ ਪਰ ਦੋਹੇ ਦਿਸ ਬੰਧਨ, ਆਪਸ ਵਿੱਚ ਦੋਨਾਂ ਪਾਸਿਆਂ ਤੋਂ ਹੀ ਨਮਸਕਾਰ ਹੋਈ। ਭਾਵ ਗੁਰੂ ਨਾਨਕ ਸਾਹਿਬ ਤਾਂ ਬਹੁਤ ਭਗਤਾਂ ਦਾ ਸਤਿਕਾਰ ਕਰਦੇ ਨੇ, ਪ੍ਰਹਿਲਾਦ ਜੀ ਬਹੁਤ ਸਤਿਕਾਰ ਨਾਲ ਮੱਥਾ ਟੇਕਦੇ ਹਨ। ਅਗਰਜਾ ਗਮਨੇ ਦੋਖ ਨਿਕੰਦਨ, ਦੁੱਖਾਂ ਦੇ ਕੱਟਣ ਵਾਲੇ ਦੋਸ਼ ਜਿਹੜੇ ਉਹਨਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਅੱਗੇ ਚਲੇ ਗਏ। ਦੋਹਰਾ ਸ੍ਰੀ ਗੁਰ ਪਗ ਕਰ ਸਿਪਰ ਸਰ, ਬਾਨਜ ਸਰਬ ਵਿਕਾਰ, ਕਰ ਤਹਿ ਓਟ ਬਚਾਏ ਕੈ, ਕਹੋ ਕਥਾ ਸੁਖ ਸਾਰ। 70ਵਾਂ ਪ੍ਰਸੰਗ ਪ੍ਰਾਰੰਭ ਕਰਦੇ ਹੋਏ ਕਵੀ ਜੀ ਗੁਰ ਚਰਨਾਂ ਦਾ ਮੰਗਲ ਕਰਦੇ ਹੋਏ ਕਹਿੰਦੇ ਨੇ, ਦੋਹਰਾ ਉਚਾਰਦੇ ਨੇ ਕਿ ਸਤਿਗੁਰੂ ਦੇ ਚਰਨਾਂ ਰੂਪੀ ਆਸਰੇ ਨੂੰ ਆਪਣੇ ਸੀਸ ਪਰ ਢਾਲ ਬਣਾ ਕੇ ਸਾਰੇ ਪ੍ਰਕਾਰ ਦੇ ਵਿਕਾਰਾਂ ਰੂਪੀ ਬਾਣਾਂ ਤੋਂ ਬਚਣ ਲਈ ਉਹਨਾਂ ਨੂੰ ਓਟ ਬਣਾ ਕੇ ਮੈਂ ਅੱਗੇ ਦੀ ਕਥਾ ਜੋ ਸੁੱਖਾਂ ਦਾ ਸਾਰ ਹੈ ਉਹ ਕਹਿੰਦਾ ਹਾਂ ਜੀ। ਜੋ ਪਈ ਸ੍ਰੀ ਅੰਗਦ ਸੁਨ ਕਥਾ ਰਸਾਲਾ, ਭਾਈ ਬਾਲਾ ਜੀ ਸੰਧੂ ਗੋਤ ਵਾਲੇ ਕਹਿ ਰਹੇ ਗੁਰੂ ਅੰਗਦ ਦੇਵ ਜੀ ਜਿਵੇਂ ਫਿਰ ਅਸੀਂ ਅੱਗੇ ਗਏ ਉਹ ਕਥਾ ਸਰਵਣ ਕਰੋ। ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਆਮ ਲਿਖਾਰੀ ਦੀ ਸਮਝ ਤੋਂ ਵੀ ਪਰੇ ਨੇ। ਸਤਿਗੁਰੂ ਮਹਾਰਾਜ ਐਸੇ ਉੱਚੇ ਮੰਡਲਾਂ 'ਚ ਆਤਮਿਕ ਮੰਡਲਾਂ ਵਿੱਚ ਚਲੇ ਗਏ ਨੇ ਜਿੱਥੇ ਭਗਤਾਂ ਦਾ ਵਾਸਾ ਹੁੰਦਾ। ਸੋ ਉੱਚੀਆਂ ਉਡਾਰੀਆਂ ਵਿੱਚ ਐਸੀਆਂ ਚੀਜ਼ਾਂ ਜਿੱਥੇ ਮਨੁੱਖੀ ਬੁੱਧੀ ਤੋਂ ਕੰਮ ਪਰੇ ਹੋ ਜਾਂਦਾ। ਸੋ ਜਦੋਂ ਆਪਾਂ ਉਹ ਚੀਜ਼ ਨੂੰ ਸੁਣਦੇ ਹਾਂ ਤਾਂ ਸਾਡੀ ਬੁੱਧੀ ਉਹਨਾਂ ਦੀ ਪਕੜ ਨਹੀਂ ਕਰ ਸਕਦੀ। ਬੁੱਧੀ ਤੋਂ ਬਾਹਰ ਦੀਆਂ ਚੀਜ਼ਾਂ ਹੁੰਦੀਆਂ ਨੇ। ਆਤਮਿਕ ਗਿਆਨੀ ਲਈ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ, ਦਿਵ ਦ੍ਰਿਸ਼ਟੀ ਵਾਲਿਆਂ ਲਈ ਵੀ ਕੋਈ ਖਾਸ ਗੱਲ ਨਹੀਂ ਹੁੰਦੀ, ਪਰ ਜਿਹੜੇ ਹੋਰ ਬੰਦੇ ਹੁੰਦੇ ਨੇ ਉਹਨਾਂ ਦੀ ਸਮਝ ਤੋਂ ਪਰੇ ਹੋ ਜਾਂਦੀ ਚੀਜ਼। ਪਰ ਫਿਰ ਵੀ ਆਪਾਂ, ਕਿਉਂਕਿ ਜਿਵੇਂ ਹੁਣ ਗੁਰਬਾਣੀ ਲੈ ਲਓ, ਗੁਰਬਾਣੀ ਰਜੋ ਤਮੋ ਤੋਂ ਉੱਤੇ ਜਾ ਕੇ ਸਤੋ ਤੋਂ ਵੀ ਉੱਤੇ ਜਾ ਕੇ ਵਰਤਦੀ ਹੈ। ਇਸ ਕਰਕੇ ਕਈ ਚੀਜ਼ਾਂ ਗੁਰਬਾਣੀ ਦੀਆਂ ਵੀ ਸਾਡੀ ਸਮਝ ਵਿੱਚ ਨਹੀਂ ਪੈਂਦੀਆਂ। ਇੱਥੇ ਕਈ ਸਾਖੀਆਂ ਸਾਡੇ ਬੁੱਧੀ ਤੋਂ ਉੱਪਰ ਲੰਘ ਜਾਂਦੀਆਂ ਨੇ। ਆਪਾਂ ਵੀ ਸੋਚਦੇ ਹਾਂ ਕਿ ਪ੍ਰਹਿਲਾਦ ਹੁਣ ਕਿੱਥੇ ਆ, ਪ੍ਰਹਿਲਾਦ ਕਿਹੜਾ ਮਿਲਿਆ ਹੋਵੇਗਾ, ਜਾਂ ਵਿਦਵਾਨ ਵੀ ਇਹ ਸੋਚਦੇ ਹੀ ਹੋਣਗੇ। ਉਹ ਸੱਚੇ ਹੀ ਨੇ, ਕਿਉਂਕਿ ਉਹ ਵਿਦਵਾਨ ਕੋਈ ਅਭਿਆਸੀ ਪੁਰਸ਼ ਤਾਂ ਹੁੰਦਾ ਹੀ ਨਹੀਂ, ਨਾ ਉਹਨਾਂ ਦੀ ਕੋਈ ਦਿਵ ਦ੍ਰਿਸ਼ਟੀ ਖੁੱਲ੍ਹੀ ਹੁੰਦੀ ਹੈ। ਉਹ ਤਾਂ ਆਪਣੇ ਜਿੱਥੇ ਤੱਕ ਖੋਜ ਕਿਤਾਬਾਂ ਦੇ ਰਾਹੀਂ ਹੀ ਕਰਦੇ ਨੇ ਵੀ ਫਲਾਣੇ ਇਤਿਹਾਸ ਵਿੱਚ ਆਹ ਲਿਖਿਆ, ਫਲਾਣੇ ਥਾਂ ਖੋਜ ਕੀਤੀ ਹੈ। ਆਤਮਿਕ ਮੰਡਲਾਂ ਦੇ ਅਭਿਆਸੀ ਬਹੁਤ ਘੱਟ ਲੋਕ ਹੁੰਦੇ ਨੇ। ਆਤਮਿਕ ਮੰਡਲ ਵਾਲੇ ਹੀ ਇਹਨਾਂ ਚੀਜ਼ਾਂ ਨੂੰ ਪਕੜ ਕਰ ਸਕਦੇ ਨੇ। ਬੁੱਧੀ ਤੋਂ ਉੱਪਰ ਸਾਰੀਆਂ ਚੀਜ਼ਾਂ ਚਲੀਆਂ ਜਾਂਦੀਆਂ ਹਨ। ਅਗਰਜ ਗਮਨੇ ਦੀਨ ਦਿਆਲਾ,
ਦੀਨ ਜੋ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਅੱਗੇ ਚਲੇ ਗਏ ਹਨ। ਤਬ ਮਰਦਾਨੇ ਬਚਨੇ ਉਚਾਰਾ, ਉਸ ਵਕਤ ਭਾਈ ਮਰਦਾਨਾ ਜੀ ਨੇ ਬਚਨ ਕਿਹਾ। ਤਰਿਓ ਪ੍ਰਭੂ ਸ਼ੁਕਰ ਅਵਤਾਰਾ। ਸੋ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਹ ਜਿਹੜੇ ਪਹਿਲਾਂ ਅਵਤਾਰ ਧਾਰੇ ਨੇ ਸੰਸਾਰ ਦੇ ਅੰਦਰ, ਕਿਉਂਕਿ ਨਿਤ ਅਵਤਾਰ, ਨਿਮਿਤ ਅਵਤਾਰ, ਕਲਾ ਅਵਤਾਰ, ਅੰਸਾ ਅਵਤਾਰ, ਅਵੇਸ਼ਾ ਅਵਤਾਰ, ਫਿਰ ਪੂਰਨ ਅਵਤਾਰ, ਜਦੋਂ ਜਦੋਂ ਜਿਹੋ ਜਿਹਾ ਸਮਾਂ ਆਉਂਦਾ ਪਰਮੇਸ਼ਰ ਫਿਰ ਉਹ ਡਿਊਟੀ ਲਾ ਦਿੰਦੇ ਨੇ ਕਿ ਇੰਨਾ ਕੁ ਕੰਮ ਹੈ ਤੇ ਇਹ ਤੂੰ ਕਰਿਆ ਬਈ, ਆਹ ਇੰਨਾ ਕੰਮ ਹੈ ਇਹ ਤੇਰੇ ਕਰਨ ਜੋਗਾ। ਨਿਤ ਅਵਤਾਰ ਸੰਤ ਮਹਾਤਮਾ ਹੁੰਦੇ ਨੇ। ਨਿਮਿਤ ਹੁੰਦਾ ਅਵਤਾਰ ਉਹ ਜਿਹੜਾ ਕਿਸੇ ਖਾਸ ਕੰਮ ਲਈ ਪ੍ਰਗਟ ਹੋਇਆ ਫਿਰ ਅਲੋਪ ਹੋ ਗਿਆ। ਪੂਰਨ ਅਵਤਾਰ ਉਹ ਹੁੰਦੇ ਨੇ ਜਿਹੜੇ 16 ਕਲਾ ਸੰਪੂਰਨ ਹੋ ਕੇ ਸ੍ਰਿਸ਼ਟੀ ਤੇ ਆਉਂਦੇ ਨੇ। ਅੰਸਾ ਅਵਤਾਰ ਉਹ ਹੁੰਦੇ ਨੇ ਜਿਵੇਂ ਰਾਜੇ ਆਏ ਨੇ। ਪ੍ਰਿਥੂ ਤੇ ਮਨੂ ਬ੍ਰਹਮ ਗਿਆਨੀ ਵੀ ਸੀ, ਰਾਜਾ ਜਨਕ ਜੀ ਹੋਏ ਬ੍ਰਹਮ ਗਿਆਨੀ, ਉਹ ਆਪਣਾ ਅੰਸਾ ਅਵਤਾਰ, ਅਵੇਸ਼ਾ ਅਵਤਾਰ ਤੇ ਕਲਾ ਅਵਤਾਰ, ਨਿਤ ਤੇ ਨਿਮਿਤ ਤੇ ਪੂਰਨ ਅਵਤਾਰ, ਇਹਨਾਂ ਦੀਆਂ ਅਲੱਗ-ਅਲੱਗ ਡਿਊਟੀਆਂ ਲੱਗਦੀਆਂ। ਜਿੰਨਾ ਕੁ ਕੰਮ ਹੁੰਦਾ ਉਹਨਾਂ ਕੁ ਉਹਨੂੰ ਕੰਮ ਸੌਂਪ ਦਿੱਤਾ ਜਾਂਦਾ। ਇਸ ਤਰ੍ਹਾਂ ਜਦੋਂ ਸ੍ਰਿਸ਼ਟੀ ਦੇ ਉੱਤੇ ਕਈ ਵਾਰੀ ਹੋਰ ਵੀ ਦੁਨੀਆ ਦੇ ਵਿੱਚ ਕਈ ਐਸੇ ਕਾਰਜ ਕਰਨੇ ਸੀ, ਫਿਰ ਉਹ ਕਿਸੇ ਬਹਾਨੇ ਜਿਹੜੀ ਚੀਜ਼ ਉਹ ਕਾਰਜ ਨੂੰ ਕਰ ਸਕਦੀ ਹੈ, ਜਿਵੇਂ ਹਰਨਾਕਸ਼ ਨੂੰ ਮਾਰਨ ਲਈ ਸਿਰਫ ਨਰਸਿੰਘ ਰੂਪ ਹੀ ਧਾਰਿਆ ਜਾ ਸਕਦਾ ਸੀ, ਕਿਉਂਕਿ ਉਹਨੇ ਪਹਿਲਾਂ ਵਰ ਲੈ ਲਏ ਸੀ 84 ਲੱਖ ਜੂਨ ਚੋਂ ਮੈਨੂੰ ਕੋਈ ਮਾਰ ਨਾ ਸਕੇ, ਨਾ ਮੈਂ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਕੋਈ ਸ਼ਸਤਰ ਮੈਨੂੰ ਕੱਟ ਸਕੇ। ਪਰਮੇਸ਼ਰ ਜੀ ਨੇ ਸਾਰੀਆਂ ਚੀਜ਼ਾਂ, ਕਿਉਂਕਿ ਉਹਨਾਂ ਨਾਲੋਂ ਤਾਂ ਹੁਣ ਸਿਆਣਾ ਹੈ ਹੀ ਨਹੀਂ ਕੋਈ, ਉਹਨੇ ਉਹੋ ਜਿਹਾ ਰੂਪ ਧਾਰ ਕੇ ਉਹਨੂੰ ਮਾਰ ਦਿੱਤਾ। ਉਹਨੂੰ ਰੂਪ ਫਿਰ ਇਸ ਤਰ੍ਹਾਂ ਧਾਰਨਾ ਪੈਂਦਾ ਕਿ ਕਿਸੇ ਨੂੰ ਹੁਕਮ ਅੱਗੇ ਕਰਦੇ, ਜਿਵੇਂ ਵਿਸ਼ਨੂੰ ਜੀ ਨੂੰ ਹੁਕਮ ਕਰ ਦਿੰਦੇ ਨੇ, ਆਪ ਨਹੀਂ ਆਉਂਦੇ ਛੇਤੀ, ਛੋਟਿਆਂ ਛੋਟਿਆਂ ਨੂੰ ਵੀ ਹੁਕਮ ਕਰਦੇ, ਤੂੰ ਇੰਨਾ ਕੁ ਕੰਮ ਕਰਿਆ ਬਈ ਜਾ ਕੇ, ਇਹ ਕੰਮ ਤੂੰ ਕਰ ਸਕਦਾ। ਪਰ ਜਦੋਂ ਕਲਯੁਗ ਦਾ ਸਮਾਂ ਆਇਆ ਸੀ ਉਦੋਂ ਜਵਾਬ ਦੇ ਗਏ ਸਾਰੇ ਵੀ ਇਹ ਔਖਾ ਜੀ, ਹੁਣ ਅਸੀਂ ਨਹੀਂ ਕਰ ਸਕਦੇ ਕੁਝ, ਕਿਉਂਕਿ ਦੁਨੀਆ ਅੰਦਰ ਇੰਨੀ ਕੁਮੱਤ ਹੈ ਤੇ ਇੰਨਾ ਪਾਪ ਹੈ, ਤੇ ਨਾਲੇ ਕਲਯੁਗ ਨਾਲ ਟੱਕਰ ਲੈਣੀ ਔਖੀ ਵੀ ਹੈ। ਇਹ ਬ੍ਰਹਮਾ ਦੇ 4 ਪੁੱਤਰ ਨੇ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਕਲਯੁਗ ਦੀ ਕਿਉਂਕਿ ਤਪੱਸਿਆ ਬਹੁਤ ਜ਼ਿਆਦਾ ਹੈ, ਇਸ ਕਰਕੇ ਇਹਦੇ ਮੂਹਰੇ ਖੜਦਾ ਹੀ ਕੋਈ ਨਹੀਂ। ਤੇ ਕਲਯੁਗ ਦੇ ਵਿੱਚ ਫਿਰ ਆਪ ਗੁਰੂ ਨਾਨਕ ਦੇਵ ਰੂਪ ਹੋ ਕੇ ਪਰਮੇਸ਼ਰ ਨੇ ਅਵਤਾਰ ਧਾਰ ਕੇ ਸ੍ਰਿਸ਼ਟੀ ਦਾ ਕਲਿਆਣ ਕੀਤਾ। 10 ਗੁਰਾਂ ਨੇ ਭਲਾ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਭਲਾ ਕਰ ਰਹੇ ਨੇ, ਪਰ ਪਿੱਛੇ ਜਿਹੜੇ ਹੋਏ ਨੇ ਥੋੜੇ ਬਹੁਤ, ਉਹਨਾਂ ਬਾਰੇ ਮਹਾਰਾਜ 10ਵੇਂ ਪਾਤਸ਼ਾਹ ਨੇ ਵੀ ਜ਼ਿਕਰ ਕੀਤਾ ਹੈ 24 ਅਵਤਾਰਾਂ ਦੇ ਵਿੱਚ। ਤਾਂ ਪਿਛਲੇ ਅਵਤਾਰ ਜਿਹੜੇ ਕਰਮ ਕਰਦੇ ਸੀ, ਉਹਨਾਂ ਨੇ ਕਰਮ ਜਿਹੜੇ ਕੀਤੇ, ਕਿਉਂਕਿ ਜਦੋਂ ਜਦੋਂ ਭਗਤਾਂ ਤੇ ਭੀੜ ਪਈ, ਧਰਤੀ ਤੇ ਭੀੜ ਪਈ, ਕਿਸੇ ਤਰ੍ਹਾਂ ਦੀ ਵੀ ਜਦੋਂ ਦਿੱਕਤ ਆ ਜਾਂਦੀ ਹੈ, ਉਦੋਂ ਪਰਮੇਸ਼ਰ ਸ੍ਰਿਸ਼ਟੀ ਦੀ ਰੱਖਿਆ ਕਰਦੇ ਨੇ, ਜਾਂ ਮਰਿਆਦਾ ਟੁੱਟਣੀ ਸ਼ੁਰੂ ਹੋ ਜਾਂਦੀ, ਜਦੋਂ ਮਰਿਆਦਾ ਬਿਲਕੁਲ ਛਿੰਨ ਭਿੰਨ ਹੋ ਜਾਂਦੀ ਧਰਤੀ ਤੇ, ਤਾਂ ਪਰਮੇਸ਼ਰ ਮਰਿਆਦਾ ਨੂੰ ਰੱਖਣ ਵਾਸਤੇ ਹੀ ਕਿਸੇ ਨਾ ਕਿਸੇ ਨੂੰ ਸੰਸਾਰ ਦੇ ਅੰਦਰ ਭੇਜ ਦਿੰਦੇ ਹਨ। ਹਿਰਨਾਕਸ਼ ਦਾਨਵ ਹਨ ਕੈਸੇ, ਸੋ ਹਿਰਨਾਕਸ਼ ਜਿਹੜਾ ਦਾਨਵ ਸੀ ਉਹ ਕਿਵੇਂ ਮਾਰਿਆ। ਧਰਨੀ ਆਨੀ ਪਨੀਏ ਤੈਸੇ। ਮਹਾਰਾਜ ਪ੍ਰਹਲਾਦ ਨੇ ਇੱਕ ਗੱਲ ਕਹੀ ਸੀ ਕਿ ਇਹ ਜਿਹੜਾ ਸੀ ਹਿਰਨਾਕਸ਼ ਦਾ ਭਰਾ, ਉਹ ਧਰਤੀ ਨੂੰ ਥੱਲੇ ਨੂੰ ਪਾਣੀ 'ਚ ਨੂੰ ਡੁਬੋ ਦਿੱਤਾ ਸੀ ਉਹਨੇ। ਫਿਰ ਧਰਤੀ ਪਰਮੇਸ਼ਰ ਜੀ ਨੇ ਉੱਪਰ ਕੀਤੀ, ਕਿਉਂਕਿ ਸ੍ਰਿਸ਼ਟੀ ਕਾਫੀ ਮਾਰ ਦਿੱਤੀ ਸੀ ਉਦੋਂ। ਉਹ ਫਿਰ ਧਰਤੀ ਨੂੰ ਥੱਲੇ ਕਿਵੇਂ ਕੀਤਾ ਤੇ ਉੱਪਰ ਕਿਵੇਂ ਧਰਤੀ ਆਈ, ਤੇ ਉਹ ਜਿਹੜਾ ਬਰਾਹ ਅਵਤਾਰ ਧਾਰਿਆ ਉਹ ਕਿਵੇਂ ਧਾਰਿਆ, ਇਹਦੇ ਬਾਰੇ ਵੀ ਕੁਝ ਸਾਨੂੰ ਗਿਆਨ ਦਿਓ ਜੀ। ਇਨ ਦੈਤਨ ਕੋ ਜਨਮ ਜੋ ਕਰਰਾ। ਕਰੂਰਾ ਹੁੰਦਾ ਇਹਨਾਂ ਦੈਂਤਾਂ ਦਾ ਜਿਹੜਾ ਸੀ ਬੜਾ ਖੋਟਾ ਜਨਮ ਸ੍ਰਿਸ਼ਟੀ ਤੇ ਹੋਇਆ। ਸੋ ਕਹੀਏ ਸ੍ਰੀ ਗੁਰ ਗੁਣ ਭੂਰਾ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹ ਭੂਰਾ ਜਿਹੜਾ ਬਹੁਤਾ ਜਿਹੜਾ ਗੁਣ ਹੈ ਉਹ ਦੱਸਣਾ ਕਰੋ ਜੀ। ਸੁਣ ਕਰ ਕਹਿਣ ਲਗੇ ਗੁਣ ਖਾਨੀ। ਸੁਣ ਕੇ ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਜੀ। ਜੋ ਸੁਣਿਆ ਹੈ ਪੁਰਾਨ ਕਹਾਣੀ। ਸੋ ਇਹ ਜਿਹੜਾ ਸੁਣਿਆ ਪਿਛਲੇ ਸਮੇਂ ਦੇ ਵਿੱਚ ਕਹਾਣੀ ਹੈ, ਜਿਸ ਪ੍ਰਕਾਰ ਆਈ ਹੈ, ਉਹ
ਇਹ ਪੁਰਾਣਾਂ ਦੀ ਕਹਾਣੀ ਜੈਸੀ ਕਿ ਪੁਰਾਣਾਂ ਵਿੱਚ ਬਿਆਨ ਹੋਣ ਲੱਗੀ ਹੈ। ਸੋ ਇਹ ਬਤੌਰ ਇਤਿਹਾਸ ਆਪਣੀ ਵੱਲੋਂ ਵਾਕਿਆ ਬਿਆਨ ਨਹੀਂ ਹੋਣ ਵਾਲਾ ਲੱਗਾ। ਕਹਾਣੀ ਵੀ ਜੈਸੀ ਕਿ ਸੁਣੀ ਹੈ, ਕਵੀ ਜੀ ਨੇ ਇਹ ਪਰਮ ਪੁਰਾਣਕ ਕਥਾ ਉਵੇਂ ਲਿਖੀ ਹੈ, ਜਿਵੇਂ ਉੱਥੇ ਲਿਖੀ ਹੈ। ਇਹ ਗੱਲ ਆਪ ਨੇ ਮੰਨ ਕੇ ਟੁਰੇ ਨੇ। ਸੋ ਉਹਨਾਂ ਦੀ ਸ਼ਰਧਾ ਇਸ ਵਿੱਚ ਕਿੰਨੀ ਕੁ ਸੀ, ਉਹ ਅੱਗੇ ਜਾ ਕੇ 59 ਅੰਗ ਦੇ ਵਿੱਚ ਦੱਸ ਹੀ ਦੇਣਗੇ। ਫਿਰ ਅੱਗੇ ਆਪਾਂ ਵੀ ਸ਼ਰਵਣ ਕਰਾਂਗੇ। ਏਕ ਸਮੈ ਕਛਪ ਜਗ ਕਰਕੇ। ਸੋ ਇਸ ਤਰੀਕੇ ਨਾਲ ਕਹਿੰਦੇ ਨੇ ਇੱਕ ਵਾਰੀ ਜਿਹੜਾ ਸੀ ਨਾ ਜਗ ਕਿ ਨਾ ਕਸ਼ਯਪ ਜਿਹੜਾ ਸੀ ਇੱਕ ਰਿਸ਼ੀ ਹੋਇਆ, ਉਹਨੇ ਜਗ ਕੀਤਾ। ਬੈਠੋ ਸਦਨ ਹਰਖ ਉਰ ਧਰ ਕੇ। ਉਹ ਜਗ ਕਰਕੇ ਬਹੁਤ ਖੁਸ਼ ਹੋ ਕੇ ਆਪਣੇ ਘਰੇ ਬੈਠਾ, ਖੁਸ਼ ਹੋ ਕੇ। ਸੰਧਿਆ ਕਾਲ ਸੁਤਾ ਦਖ ਕੇਰੀ। ਸੰਧਿਆ ਦਾ ਸਮਾਂ ਸੀ। ਦਕਸ਼ ਪ੍ਰਜਾਪਤੀ ਜੋ ਧੀ ਦਿੱਤੀ, ਜੋ ਕਸ਼ਪ ਦੀ ਇਸਤਰੀ ਸੀ। ਦਿੱਤੇ ਨਾਮ ਧਰਟਾ ਕਾਮ ਕਨੇਰੇ। ਸੋ ਦਿੱਤੀ ਜਿਸ ਦਾ ਨਾਮ ਸੀ, ਸੋ ਤ੍ਰਿਟ ਤੋਂ ਭਾਵ ਇੱਛਾ, ਜੋ ਇਸ ਪ੍ਰਕਾਰ ਬਹੁਤ ਜ਼ਿਆਦੇ ਹੋਈ ਵਿਕਾਰਾਂ ਦੀ। ਜਾਏ ਸਮੀਪ ਕਹੇ ਅਸ ਬੈਨਾ। ਜਾ ਕਰਕੇ ਕੋਲ ਐਸੇ ਬਚਨ ਕਹਿਣਾ ਕੀਤੇ ਨੇ। ਤਨ ਮਨ ਮੋਰ ਕੰਪਾਵੈ ਮੈਨਾ। ਇਸ ਤਰੀਕੇ ਨਾਲ ਕਹਿਣ ਲੱਗੇ ਕਿ ਜਿਹੜਾ ਹੈ ਸੰਸਾਰ ਦੇ ਅੰਦਰ ਜੇ ਮਰਿਆਦਾਵਾਂ ਹੁੰਦੀਆਂ ਨੇ, ਸੰਸਾਰ ਵਿੱਚ ਜਦੋਂ ਇਸ ਤਰ੍ਹਾਂ ਵਿਆਹ ਸ਼ਾਦੀਆਂ ਆਦਿਕ ਹੁੰਦੀਆਂ ਨੇ, ਉਹ ਸਮਾਂ ਵੀ ਹੁਣ ਹੈ ਮੇਰਾ ਵਿਆਹ ਸ਼ਾਦੀ ਆਦਿਕ ਹੋਵੇ। ਜਿਉ ਕਦਲੀ ਦਲ ਦੁਰਦ ਹਿਲਾਵੈ। ਇਸ ਤਰ੍ਹਾਂ ਜਾ ਕਰਕੇ ਫਿਰ ਕਹਿਣ ਲੱਗੀ ਕਿ ਮੇਰੇ ਹੁਣ ਮਾਤਾ ਪਿਤਾ ਨੂੰ ਆਪਣੇ ਨੂੰ ਕਹਾਂ ਕਿ ਸੰਸਾਰ ਦੇ ਅੰਦਰ ਕਿਤੇ ਨਾ ਕਿਤੇ ਹੁਣ ਵਿਆਹ ਸ਼ਾਦੀ ਕੀਤੀ ਜਾਵੇ। ਦੀਨ ਜਾਨ ਤੈਓ ਮੁਝ ਸੰਤਾਵੈ। ਮੈਨੂੰ ਬਹੁਤ ਜ਼ਿਆਦੇ ਹੁਣ ਇਹ ਮੇਰਾ ਸਮਾਂ ਜਿਹੜਾ ਹੈ ਲੱਗਦਾ ਹੈ ਕਿ ਸਮਾਂ ਮੇਰੇ ਉੱਤੇ ਹੈ। ਸ਼ੌਤ ਸਮਿਰਦਵਾਨ ਸਭ ਜੋਏ। ਸੋ ਇਸ ਤਰ੍ਹਾਂ ਕਹਿਣ ਲੱਗੇ ਹੋਰ ਵੀ ਜੋ ਸਾਰੀਆਂ ਨਾਲ ਦੀਆਂ ਸਹੇਲੀਆਂ ਆਦਿਕ ਹਨ, ਉਹਨਾਂ ਦਾ ਵੀ ਜੋ ਹੈ ਸਾਰਿਆਂ ਥਾਵਾਂ ਦੇ ਉੱਤੇ ਵਿਵਾਹ ਕਾਰਜ ਹੋਇਆ। ਤਿਨ ਪਿਖ ਦਾਹੇ ਹਿਰਦੇ ਮਮ ਹੋਏ। ਸੋ ਸਹੇਲੀਆਂ ਨੂੰ ਦੇਖ ਕਰਕੇ ਮੇਰੇ ਮਨ ਦਾ ਵੀ ਚਾਉ ਹੁੰਦਾ। ਤੁਮ ਕਿਰਪਾਲ ਸਭ ਪਾਂਤ ਪਰਵੀਨੋ। ਤੁਸੀਂ ਕਿਰਪਾਲੂ ਹੋ, ਸਾਰੇ ਤਰੀਕੇ ਨਾਲ ਸਿਆਣੇ ਹੋ। ਇੱਕ ਸਮਾਨ ਅੰਗਨਾ ਸਭ ਚੀਨੋ। ਸੋ ਇਸ ਕਰਕੇ ਹਰ ਇੱਕ ਸੰਸਾਰ ਦੇ ਅੰਦਰ ਜੋ ਲੜਕੀ ਹੁੰਦੀ, ਉਹਦੀ ਇਤਮੰਨਾ ਹੁੰਦੀ ਕਿ ਵਿਆਹ ਸ਼ਾਦੀ ਹੋਣੀ ਚਾਹੀਦੀ ਹੈ। ਤਨ ਪੈ ਵਿਆਪਿਓ ਅਧਿਕ ਅਨੰਗਾ। ਸੋ ਸਰੀਰ ਜਦੋਂ ਇਸ ਸਮੇਂ ਤੇ ਆਉਂਦਾ ਤਾਂ ਉਸ ਵਕਤ ਸਿਆਣੇ ਮਾਂ-ਬਾਪ ਕਹਿੰਦੇ ਨੇ ਕਿ ਉਹਨਾਂ ਨੂੰ ਚਿੰਤਾ ਹੋ ਜਾਂਦੀ ਆ। ਉਹਨਾਂ ਨੂੰ ਇਸਤਰੀ ਜੋ ਹੈ ਆਪਣਾ ਮਾਤਾ ਜੋ ਹੁੰਦੀ ਲੜਕੀ ਦੀ ਜਾਂ ਪਿਤਾ ਹੁੰਦਾ, ਉਹਨੂੰ ਚਿੰਤਾ ਹੋ ਜਾਂਦੀ ਕਿ ਇਸਤਰੀ ਦਾ, ਸੋ ਲੜਕੀ ਦਾ ਜੋ ਵਿਵਾਹ ਕਾਰਜ ਕਰਨਾ। ਅਬ ਉਮੰਗ ਕੀ ਜੈ ਮਮ ਸੰਗਾ। ਇਸ ਕਰਕੇ ਮੇਰੀ ਜਿਹੜੀ ਇੱਛਾ ਹੈ ਉਹ ਕਿਰਪਾ ਕਰੇ ਆਪ ਜੀ, ਮੇਰੀ ਜਿਹੜੀ ਤਮੰਨਾ ਹੈ ਉਹ ਪੂਰਨ ਕਰਨਾ ਕਰੋ। ਇਸ ਤਰ੍ਹਾਂ ਸੁਣ ਕਰਕੇ ਉਹਦੇ ਪਿਤਾ ਸੁਣ ਕਸ਼ਪ ਨੇ ਜਿਤੇ ਕੀ ਬਾਨੀ। तो उस वक्त उस ऋषि ने अपनी पुत्री कोलों जो ये गल सुनी, ਬੋਲੋ ਤਾਹੇ ਕਰਤ ਸਨਮਾਨੀ। ਉਹਦਾ ਸਨਮਾਨ ਕਰਦਾ ਹੋਇਆ ਬੋਲਿਆ, ਚੰਦਰ ਬਦਨ ਤੂੰ ਮੋਕੋ ਪਿਆਰੀ। ਸੋਹੇ ਪੁੱਤਰੀ ਤੁਸੀਂ ਬਹੁਤ ਪਿਆਰੇ ਹੋ। ਬੱਚੇ ਪਿਆਰੇ ਹੁੰਦੇ ਨੇ ਮਾਤਾ ਪਿਤਾ ਨੂੰ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਹਾਂ ਤੁਹਾਡਾ ਜਿਹੜਾ ਕਾਰਜ ਹੈ ਇਹ ਹੋਣਾ ਚਾਹੀਦਾ ਹੈ। ਕਰੋ ਕਾਮਨਾ ਪੂਰਨ ਥਾਰੀ। ਅਸੀਂ ਤੁਹਾਡੀ ਜਿਹੜੀ ਕਾਮਨਾ ਹੈ ਜ਼ਰੂਰ ਪੂਰੀ ਕਰਾਂਗੇ। ਸੰਧਿਆ ਕਾਲ ਬੀਤ ਹੈ ਜਬ ਹੀ। ਸੋ ਜੇ ਇਹ ਸਾਰੀ ਜਿਹੜੀ ਜਿਤਨਾ ਵੀ ਕਾਰਜ ਹੁੰਦਾ ਸੋ ਸਮਾਂ ਪਾ ਕਰਕੇ ਹੁੰਦਾ। ਇਸ ਕਰਕੇ ਅਸੀਂ ਜ਼ਰੂਰ ਦੇਖਾਂਗੇ ਵਾਰ, ਤੇ ਵਾਰ ਦੇਖ ਕਰਕੇ ਫਿਰ ਤੁਹਾਡੀ ਜਿਹੜੀ ਇੱਛਾ ਹੈ ਉਹ ਪੂਰੀ ਕੀਤੀ ਜਾਵੇਗੀ। ਇਸ ਤਰ੍ਹਾਂ ਕਹਿਣ ਲੱਗੇ ਸੰਸਾਰ ਦੇ ਅੰਦਰ ਫਿਰ ਜੋ ਬਹੁਤ ਸਮਾਂ ਪਾ ਕਰਕੇ ਇਹਨਾਂ ਨੇ ਕੋਸ਼ਿਸ਼ ਕੀਤੀ, ਦੈਂਤਾਂ ਨੇ, ਕਿ ਇਹ ਲੜਕੀ ਦੀ ਸ਼ਾਦੀ ਸਾਡੇ ਨਾਲ ਹੋਵੇ। ਤਾਂ ਇਹਨਾਂ ਨੇ ਉਸ ਵਕਤ ਧਰਤੀ ਜਿਹੜੀ ਸੀ ਇਸੇ ਗੁੱਸੇ ਦੇ ਵਿੱਚ ਆ ਕਰਕੇ ਥੱਲੇ ਨੂੰ ਲਿਜਾਣਾ ਕੀਤੀ। ਤੇ ਪਰਮੇਸ਼ਰ ਨੇ ਫਿਰ ਕਹਿੰਦੇ ਉਹ ਬਰਾਹ ਅਵਤਾਰ ਧਾਰ ਕਰਕੇ ਤਾਂ ਉਸ ਧਰਤੀ ਨੂੰ ਫਿਰ ਆ ਕਰਕੇ ਉੱਪਰ ਨੂੰ ਲਿਆ ਕਰਕੇ ਸ੍ਰਿਸ਼ਟੀ ਦੀ ਰੱਖਿਆ ਕੀਤੀ। ਇੱਥੋਂ ਤੱਕ ਭਾਈ ਮਰਦਾਨੇ ਨੂੰ ਇਹ ਸਾਰੀ ਜਿਹੜੀ ਸੀ ਉਹ ਕਥਾ ਸੁਣਾਉਣਾ ਕੀਤੀ। ਤੋ ਕਵੀ
ਜੋ ਹਨ ਭਾਈ ਵੀਰ ਸਿੰਘ ਨੇ, ਉਹਨਾਂ ਨੇ ਆਪਣਾ ਇਹਦੇ ਵਿੱਚ ਕਾਫੀ ਪ੍ਰਸੰਗ ਆਪ ਲਿਖ ਕੇ ਬਹੁਤ ਸਾਰੀਆਂ ਚੀਜ਼ਾਂ ਅੱਗੇ ਉਹ ਲਿਖ ਦਿੰਦੇ ਨੇ। ਸੋ ਇਸ ਤਰ੍ਹਾਂ ਉਹਨਾਂ ਦੀ ਵਿਚਾਰ ਕਰਨੀ ਕੋਈ ਆਪਾਂ ਇੰਨੀ ਜ਼ਰੂਰੀ ਨਹੀਂ ਸਮਝਦੇ ਹੁੰਦੇ, ਕਿਉਂਕਿ ਉਹਨਾਂ ਨੇ ਵਿਦਵਾਨਾਂ ਲਈ ਕਈ ਖੋਜਾਂ, ਕਈ ਕਾਗਜ਼ਾਂ 4-5 ਪੇਜਾਂ ਦੀ ਭਰ ਦਿੱਤੀ। ਉਹ ਆਮ ਤੌਰ 'ਤੇ ਉਹਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਫਿਰ ਭਾਈ ਮਰਦਾਨੇ ਨੂੰ ਦੱਸਿਆ ਮਹਾਰਾਜ ਨੇ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਹੋਇਆ। ਕੋ ਧਰਤੀ ਥੱਲੇ ਲੈ ਗਏ, ਫਿਰ ਧਰਤੀ ਉੱਪਰ ਲਿਆਂਦੀ, ਫਿਰ ਇਸ ਗੱਲ ਦਾ ਰੌਲਾ ਪਿਆ, ਫਿਰ ਹਰਨਾਕਸ਼ ਦਾ ਭਰਾ ਮਾਰਿਆ, ਫਿਰ ਹਰਨਾਕਸ਼ ਦੀ ਉਹ ਪਹਿਲਾਂ ਆਪਾਂ ਸੁਣ ਚੁੱਕੇ ਕਿਉਂਕਿ ਦੁਸ਼ਮਣੀ ਹੋ ਗਈ। ਫਿਰ ਉਹਨੇ ਬਹੁਤ ਕਮਾਈ ਕੀਤੀ, ਫਿਰ ਬ੍ਰਹਮਾ ਤੋਂ ਵਰ ਲਏ, ਫਿਰ ਪਰਮੇਸ਼ਰ ਨੇ ਉਹਨੂੰ ਮਾਰ ਕੇ ਪ੍ਰਹਿਲਾਦ ਨੂੰ ਰਾਜ ਦਿੱਤਾ। ਸੋ ਇਸ ਤਰ੍ਹਾਂ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਚਲੇ ਗਏ। ਅੱਗੇ ਫਿਰ ਧਰੂ ਦੇ ਕੋਲ ਜਾ ਕੇ ਜਦੋਂ ਅਖੀਰਲਾ ਪ੍ਰਸੰਗ ਹੈ ਕਿ ਕਿਉਂਕਿ ਧਰੂ ਤੋਂ ਅੱਗੇ ਫਿਰ ਸੱਚਖੰਡ ਪੈ ਜਾਂਦਾ, ਕਿਉਂ ਕਹਿੰਦੇ ਧਰੂ ਤਾਰੇ ਤੱਕ, ਤਾਰਾ ਹੀ ਹੈ ਧਰੂ। ਅਸਲ ਵਿੱਚ ਧਰੂ ਭਗਤ ਹੋਇਆ, ਉਹਦੇ ਨਾਂ ਤੇ ਹੀ ਤਾਰੇ ਦਾ ਨਾਂ ਪਿਆ। ਉਹ ਪੂਰੇ ਦਾ ਪੂਰਾ ਮੰਡਲ ਧਰੂ ਨੂੰ ਹੀ ਬਖਸ਼ ਦਿੱਤਾ ਪਰਮੇਸ਼ਰ ਨੇ, ਜਿੱਥੇ ਭਗਤੀ ਕਰਦਾ ਹੋਇਆ, ਵਾਸਾ ਕਰਦਾ ਹੋਇਆ ਰਹਿੰਦਾ ਹੈ। ਦੋਹਰਾ ਅਲਖ ਅਭੇਵ ਅਨੰਤ ਪ੍ਰਭ, ਜੇ ਗੰਤ ਲਖੀ ਨ ਜਾਹਿ। ਬੰਦਨ ਪਦ ਅਰਵਿੰਦ ਤਹ, ਠਾਡਾ ਡਾਡਾ ਬੇਪਰਵਾਹੇ। ਹੁਣ ਫਰਮਾਉਂਦੇ ਨੇ ਅਕਾਲ ਪੁਰਖ ਦਾ ਮੰਗਲ ਕਵੀ ਜੀ ਕਰਦੇ ਨੇ ਕਿ ਜੋ ਵਾਹਿਗੁਰੂ ਅਲਖ ਅਭੇਖ ਤੇ ਅਨੰਤ ਹੈ, ਔਰ ਐਸਾ ਹੋਣ ਕਰਕੇ ਜਿਹਦੀ ਗਤੀ ਲਿਖੀ ਨਹੀਂ ਜਾ ਸਕਦੀ, ਤੇ ਜੋ ਬੜਾ ਬੇਪਰਵਾਹ ਹੈ, ਉਹਦੇ ਚਰਨਾਂ ਕਮਲਾਂ ਦੇ ਤੇ ਅਸੀਂ ਮੱਥਾ ਟੇਕਦੇ ਹਾਂ। ਚੌਪਈ ਸ੍ਰੀ ਅੰਗਦ ਜੀ ਸੁਣ ਇਤਿਹਾਸ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਹੋਰ ਇਤਿਹਾਸ ਸੁਣੋ। ਅਗਰਜ ਗਮਨੇ ਪੁਨ ਸੁਖ ਰਸ, ਸੁਖਾਂ ਦੀ ਰਾਸ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਗਏ ਨੇ। ਤਾਰੀ ਤਰੈ ਸ਼ੋਰ ਕਰ ਸਭੀ, ਜਿੰਨਾ ਆਕਾਸ਼ ਸੀ, ਤਾਰਾ ਮੰਡਲ ਸੀ, ਸਾਰਾ ਹੀ ਥੱਲੇ ਰਹਿ ਗਿਆ। ਕਿਉਂਕਿ ਇਹ ਹੁਣ ਆਪਣੀ ਸਮਰੱਥਾ ਨਹੀਂ, ਇਹ ਸਮਰੱਥਾ ਗੁਰੂ ਸਾਹਿਬ ਦੀ ਹੈ ਜਿਹੜੀ ਇੱਥੇ ਵਰਣਨ ਕੀਤੀ ਹੈ। ਤਾਰਾ ਮੰਡਲ ਸਾਰਾ ਹੀ ਛੱਡ ਕੇ ਸੂਖਮ ਰੂਪ ਵਿੱਚ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲਾ ਮਰਦਾਨਾ ਨੂੰ ਲੈ ਕੇ ਉੱਥੇ ਅੱਗੇ ਚਲੇ ਗਏ ਨੇ। ਊਰਦ ਪਹੁੰਚੇ ਸ੍ਰੀ ਗੁਰ ਜਬਹਿ, ਗੁਰੂ ਨਾਨਕ ਦੇਵ ਜੀ ਊਰਦ ਤੋਂ ਭਾਵ ਜੋ ਉੱਤੇ ਚਲੇ ਗਏ। ਮਰਦਾਨੇ ਤਬ ਬੂਝਨ ਕੀਨੇ, ਭਾਈ ਮਰਦਾਨਾ ਨੇ ਪੁੱਛਣਾ ਕੀਤਾ ਹੈ। ਮੁਝੇ ਬਤਾਵੋ ਪ੍ਰਭੂ ਪਰਵੀਨੇ, ਇਹ ਸਿਆਣੇ ਸਤਿਗੁਰੂ ਜੀ ਮੈਨੂੰ ਕਿਰਪਾ ਕਰਕੇ ਦੱਸੋ। ਉਡਗਨ ਇਹ ਨਾ ਦੇ ਸਕੋ, ਮਹਾਰਾਜ ਇੱਥੇ ਹੁਣ ਆਪਾਂ ਇੰਨੇ ਉੱਤੇ ਆ ਗਏ, ਕੋਈ ਤਾਰਾ ਨਜ਼ਰ ਹੀ ਨਹੀਂ ਆ ਰਿਹਾ ਹੈ। ਹਮ ਕਹੇ ਦਿਸ਼ਾ ਤਾਜੇ ਆਏ ਸੋ, ਮਹਾਰਾਜ ਤਾਰਾ ਮੰਡਲ ਵੀ ਸਾਰਾ ਹੀ ਥੱਲੇ ਰਹਿ ਗਿਆ ਹੈ। ਹੁਣ ਕਾਕੋ ਇਹ ਪ੍ਰਕਾਸ਼ ਪ੍ਰਕਾਸ਼ਾ, ਇੱਥੇ ਕਾਹਦਾ ਪ੍ਰਕਾਸ਼ ਹੈ? ਇੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਜੀ। ਅਤ ਉਜਲ ਸੁੰਦਰ ਸੁਖ ਰਾਸਾ, ਇੱਥੇ ਅਤਿਅੰਤ ਹੀ ਉਜਲ ਤੇ ਸੁੰਦਰੀ ਸੁਖ, ਸੁੰਦਰ ਜਿਹੜਾ ਸੋਹਣਾ ਸੁਖਾਂ ਦੇ ਦੇਣ ਵਾਲਾ ਪ੍ਰਕਾਸ਼ ਹੈ। ਕਿਉਂਕਿ ਪਾਤਾਲਾ ਪਾਤਾਲ ਤਾਂ ਥੱਲੇ ਹੀ ਚਲੇ ਗਏ, ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ, ਜਿਹੜੇ ਆਕਾਸ਼ ਨੇ ਇਹ ਉੱਪਰ ਨੇ। ਲੱਖਾਂ ਆਕਾਸ਼ਾਂ ਨੂੰ ਪਾਰ ਕਰਨ ਤੋਂ ਬਾਅਦ ਇੱਕ ਥਾਂ ਆਉਂਦੀ ਆ ਉੱਥੇ ਜਾ ਕੇ, ਸਾਇੰਸ ਤਾਂ ਸ਼ਾਇਦ ਉੱਥੇ ਲੱਖਾਂ ਵਰ੍ਹਿਆਂ ਤੱਕ ਨਾ ਪਹੁੰਚ ਸਕੇ, ਇਹ ਤਾਂ ਮਾੜਾ ਮੋਟਾ ਹੀ ਹੁੰਦਾ ਵਿਚਾਰਿਆਂ ਕੋਲੇ। ਉਹ ਇਹੋ ਜਿਹੀ ਥਾਂ ਜਿੱਥੇ ਅੱਗੇ ਜਾ ਕੇ ਫਿਰ ਤਾਰਾ ਮੰਡਲ ਵੀ ਮੁੱਕ ਜਾਂਦਾ, ਆਕਾਸ਼ ਵੀ ਮੁੱਕ ਜਾਂਦੇ ਨੇ। ਜਿੱਥੇ ਜਾ ਕੇ ਸੱਚਖੰਡ ਆਉਂਦਾ ਉੱਥੇ ਸਿਰਫ ਪ੍ਰਕਾਸ਼ ਹੀ ਪ੍ਰਕਾਸ਼ ਹੈ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ, ਵੇਖੈ ਵਿਕਸੈ ਕਰ ਵਿਚਾਰ। ਅੱਗੇ ਗੁਰੂ ਸਾਹਿਬ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਕਹਿੰਦੇ ਉੱਥੋਂ ਬਈ ਕਥਨ ਕਰਨਾ ਔਖਾ ਹੈ। ਉਸ ਥਾਂ ਤੇ ਚਲੇ ਗਏ ਹਨ। ਸੁਨ ਸ੍ਰੀ ਨਾਨਕ ਬਚਨ ਉਚਾਰੇ, ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤੇ। ਹਮ ਤੇ ਤਰੇ ਰਹੇ ਅਵਤਾਰੇ, ਮਹਾਰਾਜ ਕਹਿੰਦੇ ਮਰਦਾਨਾ ਹੁਣ ਤਾਰੇ ਆਪਣੇ ਤੋਂ ਥੱਲੇ ਰਹਿ ਗਏ ਆਪਾਂ, ਕਿਉਂਕਿ ਬਹੁਤ ਉੱਚੀ ਉਡਾਰੀ ਮਾਰ ਚੁੱਕੇ ਹਾਂ। ਨੀਚੇ ਕਰ ਮੁਖ ਲਿਹੋ ਨਿਹਾਰੇ, ਤਾਰਿਆਂ ਨੂੰ ਤੂੰ ਥੱਲੇ ਨੂੰ ਦੇਖ ਸਕਦਾ। ਜਿਵੇਂ ਆਪਣੀ ਧਰਤੀ ਤੋਂ ਜਦੋਂ ਉੱਤੇ ਚਲੇ ਜਾਂਦੇ ਨੇ ਤਾਂ ਸੈਟੇਲਾਈਟ ਰਾਹੀਂ ਧਰਤੀ ਨਿੱਕੀ ਜੀ ਗੇਂਦ ਜੀ, ਫਿਰ ਕਿਣਕਾ ਜਿਹਾ ਦੀਂਦਾ ਐਵੇਂ ਹੀ ਮਿੱਟੀ ਦਾ। ਇਸੇ ਪ੍ਰਕਾਰ ਜਦੋਂ ਬਹੁਤ ਉੱਪਰ ਚਲੇ ਜਾਂਦੇ ਰਾਕਟ ਤਾਂ ਦੇਖਦੇ ਨੇ ਜਾ ਕਰਕੇ ਚੰਦਰਮਾ ਤੱਕ ਜਾਂਦੇ ਆ, ਫਿਰ ਉਸ ਤੋਂ ਉੱਤੇ ਜਾਂਦੇ ਆ। ਜੇ ਕੋਈ ਬਹੁਤ ਸਾਇੰਸ ਉੱਤੇ ਚਲੇਗੀ ਕਦੇ ਤਾਂ ਥੱਲੇ ਦੇਖਣਗੇ
ਕਿ ਤਾਰੇ ਜਿਹੜੇ ਬਿਲਕੁਲ ਥੱਲੇ ਰਹਿ ਜਾਂਦੇ ਨੇ। ਆਕਾਸ਼ ਵਿੱਚ ਕਿੰਨਾ ਹੀ ਉੱਚਾ ਚਲੇ ਜਾਓ, ਤਾਰੇ ਬ੍ਰਹਿਮੰਡ ਸਾਰੇ ਥੱਲੇ ਥੱਲੇ ਥੱਲੇ, ਪਰ ਉੱਥੇ ਜਿੱਥੇ ਤੱਕ ਭਗਤਾਂ ਦੀ ਪਹੁੰਚ ਹੈ ਜਾਂ ਪਰਮੇਸ਼ਰ ਦੇ ਪਿਆਰਿਆਂ ਦੀ ਪਹੁੰਚ ਹੈ, ਗੁਰੂ ਸਾਹਿਬਾਂ ਦੀ ਪਹੁੰਚ ਹੈ, ਉੱਥੇ ਤੱਕ ਤਾਂ ਜਾਣਾ ਬਹੁਤ ਔਖਾ ਸਾਰਿਆਂ ਲਈ। ਕਿਉਂਕਿ ਇਹ ਤਾਂ ਹੁਣ ਜਿਹੜਾ ਨਵੀਂ ਧਰਤੀ ਦੀ ਖੋਜ ਹੋਈ ਹੈ, ਕਹਿੰਦੇ ਜੇ ਰੌਕਟ ਇੱਥੋਂ ਚੱਲੇ ਬਹੁਤ ਸਪੀਡ ਤੇ ਤਾਂ 20,000 ਸਾਲ ਲੱਗਣੇ ਉੱਥੇ ਪਹੁੰਚਣ ਨੂੰ। ਰੌਕਟ ਨੂੰ ਇੰਨਾ ਸਮਾਂ ਲੱਗਣਾ, 20,000 ਸਾਲ। ਇਹ ਤਾਂ ਹਲੇ ਨੇੜੇ ਹੀ ਆ। ਤੇ ਜੇ ਆਕਾਸ਼ ਵਿੱਚ ਉੱਥੇ ਜਾ ਕੇ 20,000 ਸਾਲ ਤੇ ਜਦੋਂ ਪਹੁੰਚਦੇ ਨੇ, ਉੱਥੇ ਇੱਕ ਸੂਰਜ ਤੇ ਚੰਦਰਮਾ ਵੱਖਰਾ ਦੇਖਿਆ। ਹੁਣ ਇਹ ਚੰਦਰਮਾ ਸੂਰਜ ਆਪਣੇ ਵਾਲਾ ਵੱਖਰਾ। ਜਿਸ ਬ੍ਰਹਿਮੰਡ ਵਿੱਚ ਜਿਵੇਂ ਆਪਣੀ ਇੱਕ ਧਰਤੀ ਹੈ, ਇਹਦੇ ਦੁਆਲੇ ਸੂਰਜ ਚੰਦਰਮਾ ਤਾਰੇ ਨੇ, ਉੱਤੇ ਅਸਮਾਨ ਆਪਣੇ। ਇਹ ਇੱਕ ਹਿੱਸਾ ਹੈ ਸਿਰਫ ਬ੍ਰਹਿਮੰਡ ਦਾ। ਇਦੋਂ ਲੱਖਾਂ ਮੀਲ ਜਾ ਕੇ ਉੱਪਰ ਫਿਰ ਇੱਕ ਇਸੇ ਤਰ੍ਹਾਂ ਦਾ ਬ੍ਰਹਿਮੰਡ ਹੈ, ਉੱਥੇ ਇੱਕ ਧਰਤੀ, ਸੂਰਜ ਚੰਦਰਮਾ ਇੱਕ ਹਿੱਸਾ। 2 ਮੰਜ਼ਲਾਂ ਹੋ ਗਈਆਂ। ਇਸ ਤਰ੍ਹਾਂ ਤੀਸਰੀ ਮੰਜ਼ਲ ਫਿਰ ਅੱਗੇ ਜਾ ਕੇ ਆ। ਇਹ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ ਹੈ। ਇਹ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ ਨੇ ਉੱਪਰ। ਹੋਰ ਉੱਥੇ ਤੱਕ ਸਾਇੰਸ ਨੇ ਜਾਣਾ ਨਹੀਂ। ਉੱਥੇ ਤੱਕ ਸਿਰਫ ਉਹ ਬੰਦਾ ਜਾ ਸਕਦਾ ਜਿਹੜਾ ਭਗਤੀ ਕਰਕੇ ਸੋ ਬਹੁਤ ਉੱਚੀ ਅਵਸਥਾ ਦਾ ਮਾਲਕ ਬਣ ਜਾਂਦਾ। ਗੁਰੂ ਨਾਨਕ ਦੇਵ ਜੀ ਨੇ ਇਹ ਦਿਖਾਇਆ ਸੀ ਬਗਦਾਦ ਵਾਲੇ ਪੀਰ ਦੇ ਲੜਕੇ ਨੂੰ ਸਾਰਾ ਕੁਝ, ਤੇ ਕੌਲ ਵੀ ਭਰ ਕੇ ਲਿਆਂਦੇ ਸੀ ਕੜਾਹ ਪ੍ਰਸ਼ਾਦ ਦੇ। ਹੁਣ ਵੀ ਜਿਹੜੇ ਰੱਬ ਦੇ ਪਿਆਰੇ ਨੇ, ਉਹ ਸਾਰੇ ਤਾਰੇ ਧਰਤੀਆਂ ਪਾਰ ਕਰ ਜਾਂਦੇ ਨੇ ਅਵਸਥਾ 'ਚ ਬੈਠੇ ਹੋਏ। ਜੇ ਉਹ ਥੱਲੇ ਨੂੰ ਨਿਗਾਹ ਕਰ ਲੈਣ ਤਾਂ ਥੱਲੇ ਪਤਾਲ ਹੀ ਪਤਾਲ ਸਾਰੇ ਪਾਰ ਕਰ ਜਾਂਦੇ ਨੇ। ਇਹ ਚੀਜ਼ਾਂ ਹੁਣ ਸੂਖਮ ਮੰਡਲ ਦੀਆਂ ਨੇ ਸਾਰੀਆਂ। ਇਹ ਕਮਾਈ ਵਾਲੇ ਬੰਦਿਆਂ ਨੂੰ ਦਿਖਦੀਆਂ ਨੇ। ਬਹੁਤ ਸਾਰੇ ਬੰਦੇ ਜਿਹੜੇ ਹਲੇ ਵਿਚਾਰੇ ਇਸ ਗੱਲ ਦੇ ਬਾਰੇ ਜਾਣਦੇ ਹੀ ਨਹੀਂ ਕੁਛ, ਤਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਡਰਦੇ ਡਰਦੇ ਹੀ ਸੁਣਾਉਂਦੇ ਹੁੰਦੇ ਆ, ਕਿਉਂਕਿ ਅੱਜ ਦੀ ਦੁਨੀਆ ਹੋਰ ਹੈ। ਇਹਨਾਂ ਵਿਚਾਰਿਆਂ ਨੇ ਕੁਛ ਵੀ ਨਹੀਂ ਦੇਖਿਆ ਹੈਗਾ। ਇਹਨਾਂ ਦੀ ਤਾਂ ਬਹੁਤ ਛੋਟੀ ਜਿਹੀ ਬਿਰਤੀ ਹੈ। ਇਹ ਤਾਂ ਕੁਛ ਵੀ ਨਹੀਂ ਜਾਣਦੇ। ਸਮਝੋ ਇਹ ਬਿਲਕੁਲ ਹੀ ਅਣਜਾਣ ਬੰਦੇ ਨੇ। ਉਹਨਾਂ ਭਾਣੇ ਫਿਰ ਇਹ ਸਾਰੀਆਂ ਗੱਲਾਂ ਕਹਿਣਗੇ ਉੱਦਾਂ ਹੀ ਮਾਰੀ ਜਾਂਦੇ ਨੇ, ਉੱਦਾਂ ਹੀ ਮਾਰੀ ਜਾਂਦੇ ਨੇ ਗੱਲਾਂ। ਉਹਨਾਂ ਤੇ ਸਾਨੂੰ ਤਰਸ ਵੀ ਆਉਂਦਾ ਵੀ ਪਤਾ ਨਹੀਂ ਇਹਨਾਂ ਦਾ ਕੀ ਬਣੂਗਾ, ਫਿਰ ਦੁਬਾਰਾ ਮਨੁੱਖਾ ਜਨਮ ਮਿਲੂਗਾ ਕਿ ਨਹੀਂ। ਕਿਉਂਕਿ ਨਿੰਦਾ ਹੀ ਇੰਨੀ ਕਰ ਜਾਂਦੇ ਨੇ ਕਿ ਉਹਨਾਂ ਨੂੰ ਮੁਸ਼ਕਿਲ ਹੀ ਹੋ ਜਾਣਾ ਅਗਲਾ ਜਨਮ ਮਿਲਣਾ। ਕਿਉਂਕਿ ਗੰਦਗੀ ਖਾਈ ਜਾਂਦੇ ਨਿੰਦਾ ਕਰ ਕਰਕੇ, ਅਸਲੀਅਤ ਤੱਕ ਨਹੀਂ ਪਹੁੰਚਦੇ। ਜੇ ਬੰਦਗੀ ਕਰੀਏ ਤਾਂ ਆਪਾਂ ਦੇਖ ਸਕਦੇ ਹਾਂ ਅੱਖਾਂ ਬੰਦ ਕਰਕੇ, ਉਡਾਰੀ ਮਾਰ ਕੇ ਸੁਰਤੀ ਦੇ ਰਾਹੀਂ। ਸਰੀਰ ਤਾਂ ਇੱਥੇ ਹੀ ਰਹਿ ਜਾਂਦਾ ਹੁੰਦਾ, ਪਰ ਆਤਮਾ ਇੱਥੋਂ ਬਹੁਤ ਦੂਰ ਤੱਕ ਉਡਾਰੀ ਮਾਰਿਆ ਹੁੰਦੀ ਸਰੀਰ 'ਚੋਂ ਨਿਕਲ ਕੇ, ਜਿਹੜੇ ਅਭਿਆਸੀ ਬੈਠੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਸਣੇ ਦੇ ਹੀ ਚਲੇ ਗਏ, ਕਿਉਂ ਇਹ ਆਪ ਪਰਮੇਸ਼ਰ ਨੇ, ਗੁਰੂ ਨਾਨਕ ਦੇਵ ਜੀ ਆਪ ਨੇ। ਸਤਿਗੁਰੂ ਦੀ ਸਮਰੱਥਾ ਹੈ ਕਿ ਸਤਿਗੁਰੂ ਆਪਾਂ ਨੂੰ ਵੀ ਲਿਜਾ ਸਕਦੇ ਨੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੋਈ ਸੀ ਇੱਥੇ ਦਮਦਮਾ ਸਾਹਿਬ, 48 ਜਾਣੇ ਬਦੇਹ ਮੁਕਤ ਹੋ ਕੇ ਸੱਚਖੰਡ ਨੂੰ ਹੀ ਚਲੇ ਗਏ ਸੀ। ਸਣੇ ਦੇ ਹੀ ਹੋਈ ਬਦੇਹ ਮੁਕਤ ਹੋ ਜਾਂਦਾ ਇਨਸਾਨ, ਕਿਉਂਕਿ ਕਥਾ ਕੀਤੀ ਸੀ 10ਵੇਂ ਪਾਤਸ਼ਾਹ ਨੇ। ਤੇ 10ਵੇਂ ਪਾਤਸ਼ਾਹ ਨੇ ਜਦੋਂ ਕਥਾ ਕੀਤੀ ਤਾਂ ਸਾਰਿਆਂ ਦਾ ਹੀ ਕਲਿਆਣ ਹੋ ਗਿਆ ਸੀ। ਉਹਨਾਂ 'ਚੋਂ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਨੂੰ ਰੱਖਿਆ ਸੀ ਕੇਵਲ। ਇਸ ਕਰਕੇ ਤਾਂ ਦੱਸਿਆ ਵੀ ਇਹ ਤਾਂ ਬਹੁਤ ਉੱਚੀ ਚੀਜ਼ ਸੁਣਾ ਰਹੇ ਹਨ। ਰਹੇ ਪ੍ਰਕਾਸ਼ ਥਾਨ ਨਿਚ ਝਾਰੇ। ਕਹਿੰਦੇ ਉਹ ਥੱਲੇ ਦੇਖ ਤਾਂ ਉਹ ਤਾਂ ਸਾਰਾ ਕੁਝ ਥੱਲੇ ਹੀ ਥੱਲੇ ਰਹਿ ਗਿਆ ਹੈ। ਹਮ ਤੇ ਉਰਦ ਏਕ ਲਖੀਜੈ। ਸਾਡੇ ਨਾਲੋਂ ਉੱਤੇ ਭਾਈ ਮਰਦਾਨਿਆਂ ਹੁਣ ਇੱਕੋ ਹੀ ਚੀਜ਼ ਹੈ। ਨਾਮ ਧਰੂ ਜਿਹੇ ਪ੍ਰਗਟਾ ਪਨੀਜੈ। ਇਹ ਹੁਣ ਸਾਡੇ ਨਾਲੋਂ ਉੱਤੇ ਇੱਕ ਚੀਜ਼ ਹੈ ਧਰੂ। ਉਦੋਂ ਉੱਤੇ ਫਿਰ ਅੱਗੇ ਜਾ ਕੇ ਕਿਉਂਕਿ ਸੱਚਖੰਡ ਆਉਂਦਾ ਤਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਕਥਾ ਭਾਈ ਮਰਦਾਨੇ ਨੂੰ ਸੁਣਾਈ। ਗੁਰਮਤਿ ਵਿੱਚ ਧਰੂ ਜੀ ਨੂੰ ਭਗਤ ਕਰਕੇ ਮੰਨਿਆ ਤੇ ਉਹਦੀ ਭਗਤੀ ਨਾਲ ਪਰਮ ਗਤੀ ਹੋਈ ਵੀ ਮੰਨੀ ਆ। ਤੇ ਭਗਤੀ ਦੇ ਦ੍ਰਿਸ਼ਟਾਂਤ ਵਿੱਚ ਇਹਦਾ ਬਹੁਤ ਵੇਰ ਜ਼ਿਕਰ ਆਇਆ। ਭਾਈ ਗੁਰਦਾਸ ਜੀ ਨੇ ਸਾਖੀ ਵੀ ਇੰਨੀ ਕੁ ਲਿਖੀ ਹੈ ਕਿ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਜਦੋਂ ਆ ਕੇ ਧਰੂ ਪਿਤਾ ਦੀ ਗੋਦੀ 'ਚ ਬੈਠਿਆ ਸੀ, ਮਤਰੇਈ ਮਾਂ ਨੇ ਗੁੱਸਾ ਕੀਤਾ ਤੇ ਥੱਪੜ ਮਾਰ ਕੇ ਖਿੱਚ ਕੇ ਗੋਦੀ 'ਚ ਬਾਹਰ ਮਾਰਿਆ ਸੀ। ਸੋ ਡਿੱਡੋ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ,
ਹੌਂਕੇ ਲੈਂਦਾ ਲੈਂਦਾ ਮਾਂ ਕੋਲ ਆਇਆ। ਕਹਿੰਦਾ ਮਾਂ ਤੂੰ ਨਾਲੇ ਕਹੇ ਸੀ ਮੈਂ ਪਟਰਾਣੀ ਆ, ਤੂੰ ਤਾਂ ਨੌਕਰਾਣੀ ਆ, ਮੈਨੂੰ ਤਾਂ ਕੱਢ ਕੇ ਗੋਦੀ ਚੋਂ ਮਦਰਈ ਨੇ ਬਾਹਰ ਮਾਰਿਆ। ਕਹਿੰਦੀ ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਜਨਮ ਕਰਕੇ ਤਾਂ ਬਣ ਗਈ ਆ ਮੈਂ ਪਟਰਾਣੀ, ਪਰ ਪੁੱਤ ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਤਾਂਹੀਓ ਇਹ ਹਾਲ ਹੋਇਆ ਤੇਰਾ ਤੇ ਮੇਰਾ। ਫਿਰ ਪ੍ਰਹਿਲਾਦ ਸੋ ਕਹਿਣ ਲੱਗੇ ਧਰੂ ਜੀ ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਨ ਮੀਤਾ। ਕਿਸ ਉਦਮ ਕਰਕੇ ਰਾਜ ਮਿਲੇ ਤੇ ਦੁਸ਼ਮਣ ਤੋਂ ਸਾਰੇ ਮਿੱਤਰ ਹੋ ਜਾਣ। ਮਾਂ ਕਹਿੰਦੀ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਤ ਪੁਨੀਤਾ। ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ। ਨਾਰਦ ਮੁਨੀ ਜੀ ਨੇ ਫਿਰ ਉਪਦੇਸ਼ ਦਿੱਤਾ, ਫਿਰ ਅੰਮ੍ਰਿਤ ਰਸ ਪੀਤਾ। ਜਾ ਕੇ ਇਹਨਾਂ ਨੇ ਨਾਮ ਜਪਿਆ। ਪਿੱਛੋਂ ਰਾਜੇ ਸੱਦਿਆ, ਅਬਚਲ ਰਾਜ ਕਰੋ ਨਿਤ ਨੀਤਾ। ਹਾਰ ਚੱਲੇ ਗੁਰਮੁਖ ਜਗ ਜੀਤਾ। ਮਨਮੁਖ ਤਾਂ ਹਾਰ ਕੇ ਚਲੇ ਜਾਂਦੇ ਨੇ, ਗੁਰਮੁਖ ਜਗ ਨੂੰ ਜਿੱਤ ਜਾਂਦੇ ਨੇ। ਹਲੇ ਘਰੋਂ ਤੁਰਿਆ ਹੀ ਸੀ ਧਰੂ, ਪਿਤਾ ਨੇ ਸੱਦ ਕੇ ਕਿਹਾ ਪੁੱਤਰ ਅੱਧਾ ਰਾਜ ਲੈ ਲਾ। ਪਿੱਛੇ ਮੁੜਨ ਦਾ ਇਰਾਦਾ ਵੀ ਹੋ ਸਕਦਾ ਸੀ, ਪਰ ਨਾਰਦ ਮੁਨੀ ਨੇ ਕਿਹਾ ਉਹ ਗੱਲ ਸੁਣ, ਰੱਬ ਦੀ ਭਗਤੀ ਹਲੇ ਤਾਂ ਸ਼ੁਰੂ ਹੀ ਕੀਤੀ ਹੈ, ਦੇਖ ਲਾ ਮਾਨੀ ਬਣਾਇਆ, ਅੱਧਾ ਰਾਜ ਮਿਲ ਗਿਆ ਤੈਨੂੰ, ਤੇ ਜੇ ਤੂੰ ਭਗਤੀ ਕਰੇਗਾ ਫਿਰ ਸਾਰਾ ਮਿਲ ਜਾਊਗਾ। ਇਸ ਕਰਕੇ ਨਾਰਦ ਮੁਨੀ ਜੀ ਨੇ ਇਹਨੂੰ ਉਪਦੇਸ਼ ਦਿੱਤਾ ਰਾਮ ਨਾਮ ਦਾ। ਫਿਰ ਇਹਨੇ ਜਾ ਕੇ ਜਪਿਆ ਨਾਮ, ਜਿਸ ਨਾਮ ਜਪਣ ਕਰਕੇ ਧਰੂ ਜੀ ਨੂੰ ਸਭ ਕੁਝ ਪ੍ਰਾਪਤ ਹੋਇਆ। ਅਟਲ ਭਇਓ ਧੂ ਜਾ ਕੇ ਸਿਮਰ ਨਰ ਨਿਰਭੈ ਪਦ ਪਾਇਆ। ਇਸ ਤਰ੍ਹਾਂ ਇਹ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਹੈ। ਤਾਕੋ ਇਹ ਪ੍ਰਕਾਸ਼ ਕਨੇਰੋ, ਕਹਿੰਦੇ ਇੰਨਾ ਪ੍ਰਕਾਸ਼ ਜਿਹੜਾ ਤੈਨੂੰ ਦੀਂਦਾ ਇਹ ਧਰੂ ਭਗਤ ਦਾ ਹੀ ਹੈ। ਧਰੂ ਦਾ ਇੰਨਾ ਪ੍ਰਕਾਸ਼ ਹੈ ਭਗਤੀ ਦਾ। ਲਗੂ ਵੈ ਤਪ ਜਿਨ ਕੀਨ ਵਡੇਰਾ, ਛੋਟੀ ਉਮਰ ਵਿੱਚ ਜਿਹਨੇ ਬਹੁਤ ਭਾਰੀ ਤਪ ਕੀਤਾ ਸੀ। ਸਭ ਤੇ ਉੱਚ ਅਵਚਲ ਰਾਜੂ, ਸਾਰਿਆਂ ਨਾਲੋਂ ਉੱਚਾ ਤੇ ਅਵਚਲ ਰਾਜ ਹੈ ਇਹਦਾ। ਸੰਜੋਤ ਸੋਭਾ ਰਹਿਓ ਬਿਰਾਜੂ, ਸਹਿਤ ਸੋਭਾ ਦੇ ਇਹ ਬਿਰਾਜਮਾਨ ਹੋ ਰਿਹਾ। ਧਰੂ ਅਟਲ ਹੋ ਗਿਆ। ਬਾਕੀ ਤਾਰੇ ਸਾਰੀ ਰਾਤ ਵਿੱਚ ਘੁੰਮ ਜਾਂਦੇ ਨੇ, ਪਰ ਧਰੂ ਤਾਰਾ ਉੱਥੇ ਹੀ ਅਟਲ ਰਹਿੰਦਾ, ਉਹਨੂੰ ਕੋਈ ਹਿਲਾ ਨਹੀਂ ਸਕਦਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਸੋ ਅੱਜ ਬਾਬਾ ਸੰਤ ਸਿਪਾਹੀ ਬਾਬਾ ਵੀਰ ਸਿੰਘ ਜੀ ਨਰੰਗਾਬਾਦੀਆਂ ਦੀ ਜੋ ਬਰਸੀ ਸ਼ਹੀਦੀ ਦਿਵਸ ਹੈ, ਕਹਿੰਦੇ ਨੇ ਜਦੋਂ ਸੰਸਾਰ ਵਿੱਚ ਅਧਰਮ ਪਾਪ ਪਖੰਡ ਫੈਲ ਜਾਂਦਾ ਤਾਂ ਦੁਨੀਆ ਦੇ ਲੋਕ ਕਰਮ ਧਰਮ ਨੂੰ ਛੱਡ ਕੇ ਪਾਪ ਕਰਨ ਵਿੱਚ ਪ੍ਰਵਿਰਤ ਹੋ ਜਾਂਦੇ ਨੇ। ਉਸ ਵੇਲੇ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਇਹ ਸੰਸਾਰ ਤੇ ਭੁੱਲੀਆਂ ਭਟਕੀਆਂ ਰੂਹਾਂ ਨੂੰ ਸਿੱਧੇ ਰਸਤੇ ਪਾਉਣ ਲਈ ਭੇਜਦਾ, ਰੱਬ ਦੇ ਬੰਦਿਆਂ ਨੂੰ। 18ਵੀਂ ਸਦੀ ਦੇ ਮਹਾਨ ਤਪਸਵੀ ਸੰਤ ਸਿਪਾਹੀ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦਾ ਜਨਮ ਸੰਮਤ 1825 ਬਿਕਰਮੀ ਜੁਲਾਈ 1768 ਈਸਵੀ ਨੂੰ ਨਗਰ ਗੱਗੋ ਬੂਆ ਸੋ ਜ਼ਿਲ੍ਹਾ ਅੰਮ੍ਰਿਤਸਰ 'ਚ ਹੋਇਆ। ਆਪ ਦੇ ਪਿਤਾ ਦਾ ਨਾਮ ਸਰਦਾਰ ਸੇਵਾ ਸਿੰਘ, ਮਾਤਾ ਜੀ ਦਾ ਨਾਮ ਧਰਮ ਕੌਰ ਸੀ। ਆਪ ਜੀ ਦੇ ਪਿਤਾ ਜੀ ਸਿੱਖ ਫੌਜ ਵਿੱਚ ਭਰਤੀ ਹੋ ਗਏ। ਆਪ ਨੇ ਬਹਾਦਰੀ ਨਾਲ ਕਈ ਲੜਾਈਆਂ ਲੜੀਆਂ। ਫੌਜ ਦੀ ਨੌਕਰੀ ਦੌਰਾਨ ਹੀ ਆਪ ਜੀ ਦਾ ਮਿਲਾਪ ਬ੍ਰਹਮ ਗਿਆਨੀ ਬਾਬਾ ਭਾਗ ਸਿੰਘ ਜੀ ਕੁਰੀ ਵਾਲਿਆਂ ਨਾਲ ਹੋਇਆ, ਜਿਨ੍ਹਾਂ ਦੀ ਸੰਗਤ ਕਰਕੇ ਆਪ ਜੀ ਦੇ ਮਨ ਤੋਂ ਗੁਰਮਤਿ ਦਾ ਬਹੁਤ ਡੂੰਘਾ ਅਸਰ ਹੋਇਆ ਮਨ ਦੇ ਵਿੱਚ। ਸੋ ਆਪ ਨੇ ਮਹਾਂਪੁਰਖਾਂ ਤੋਂ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰਕੇ ਅਨੇਕਾਂ ਜੀਵਾਂ ਨੂੰ ਗੁਰਮਤਿ ਦੀ ਸਿੱਖਿਆ ਅਤੇ ਸੇਵਾ ਦੀ ਪ੍ਰੇਰਣਾ ਦੇ ਕੇ ਗੁਰਮਤਿ ਨਾਲ ਜੋੜਿਆ। ਆਪ ਜੀ ਵੱਲੋਂ ਚਲਾਏ ਜਾਂਦੇ ਲੰਗਰ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਸੰਗਤਾਂ ਲੰਗਰ ਛਕਦੀਆਂ ਸੀ। ਬਾਬਾ ਜੀ ਦੇ ਪਰਉਪਕਾਰੀ ਜੀਵਨ ਦੀਆਂ ਅਨੇਕਾਂ ਸਾਖੀਆਂ ਗਿਆਨੀ ਈਸ਼ਰ ਸਿੰਘ ਨਾਰੰਗ ਦੇ ਤਤਸਰ ਗ੍ਰੰਥ ਵਿੱਚੋਂ ਅਤੇ ਸ੍ਰੀ ਵੀਰ ਮਰਗੇਸ਼ ਗੁਰਬਿਲਾਸ ਵਿੱਚੋਂ ਵੀ ਪੜ੍ਹਨ ਸੁਣਨ ਨੂੰ ਮਿਲਦੀਆਂ ਨੇ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਰਾਜ ਵਿੱਚ ਬਹੁਤ ਫੁੱਟ ਪੈ ਗਈ ਅਤੇ ਡੋਗਰਿਆਂ ਦੀ ਕੁਟਲ ਨੇ ਸਿੱਖ ਰਾਜ ਵਿੱਚ ਬਹੁਤ ਖੂਨ ਖਰਾਬਾ ਕੀਤਾ। ਡੋਗਰਿਆਂ ਦੀ ਨੀਤੀ ਸੀ ਕਿ ਸੰਧਾਂ ਵਾਲੀਆਂ ਸਰਦਾਰਾਂ ਨੂੰ ਖਤਮ ਕਰ ਦਿੱਤਾ ਜਾਵੇ। ਇਸ ਲਈ ਸਰਦਾਰ ਅਤਰ ਸਿੰਘ ਸੰਧਾਂ ਵਾਲੀਆਂ ਪਰਿਵਾਰ ਸਮੇਤ ਬਾਬਾ ਵੀਰ ਸਿੰਘ ਦੇ ਡੇਰੇ ਪਹੁੰਚ ਗਏ। ਜਿਸ ਵੇਲੇ ਡੋਗਰਿਆਂ ਨੂੰ ਪਤਾ ਲੱਗਾ ਕਿ ਉਹਨਾਂ ਨੇ ਸੰਧਾਂ ਵਾਲੀਆਂ ਸਰਦਾਰਾਂ ਨੂੰ ਮਾਰ ਮੁਕਾਉਣ ਵਾਸਤੇ
ਹੀਰਾ ਸਿੰਘ ਡੋਗਰੇ ਅਤੇ ਲਾਭ ਸਿੰਘ ਡੋਗਰੇ ਦੀ ਕਮਾਨ ਹੇਠ ਲਾਹੌਰ ਦੀਆਂ ਸਿੱਖ ਫੌਜਾਂ ਨੂੰ ਭੇਜਿਆ। ਫੌਜ ਦੇ ਮੁਖੀਆਂ ਨੇ ਬਾਬਾ ਜੀ ਨੂੰ ਸੁਨੇਹਾ ਭੇਜਿਆ ਕਿ ਸੰਧਾ ਵਾਲੀਆਂ ਦੇ ਸਾਰੇ ਪਰਿਵਾਰ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇ ਅਤੇ ਜੇ ਤੁਸੀਂ ਇਹ ਨਾ ਕੀਤਾ ਤਾਂ ਅਸੀਂ ਤੋਪਾਂ ਨਾਲ ਡੇਰੇ ਨੂੰ ਖਤਮ ਕਰ ਦਿਆਂਗੇ। ਬਾਬਾ ਜੀ ਨੇ ਬੜੇ ਸ਼ਾਂਤ ਚਿੱਤ ਸੁਭਾਅ ਨਾਲ ਕਿਹਾ, ਅਸੀਂ ਭਾਈ ਕਦੇ ਵੀ ਕਿਸੇ ਨੂੰ ਸੱਦਣ ਨਹੀਂ ਗਏ। ਜੇ ਕੋਈ ਹੁਣ ਸਾਡੇ ਕੋਲ ਆ ਗਿਆ ਡੇਰੇ 'ਚ ਸ਼ਰਨ ਤੱਕ ਕੇ ਆਇਆ, ਅਸੀਂ ਉਹਨੂੰ ਤੁਹਾਡੇ ਹਵਾਲੇ ਨਹੀਂ ਕਰ ਸਕਦੇ। ਉਸ ਵੇਲੇ ਗੁੱਸੇ 'ਚ ਆਏ ਡੋਗਰੇ ਸਰਦਾਰਾਂ ਦੀ ਕਮਾਨ ਹੇਠ ਫੌਜ ਨੇ ਡੇਰੇ ਉੱਤੇ ਤੋਪਾਂ ਨਾਲ ਤੇ ਹਮਲਾ ਕਰ ਦਿੱਤਾ, ਬੰਦੂਕਾਂ ਨਾਲ ਗੋਲੀਆਂ ਦਾ ਮੀਂਹ ਬਰਸਾਤਾ। ਇਸ ਹਮਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦੋ ਸਾਹਿਬਜ਼ਾਦੇ ਕੰਵਰ ਪਿਸ਼ੌਰਾ ਸਿੰਘ ਅਤੇ ਕੰਵਰ ਮੁਲਤਾਨਾ ਸਿੰਘ ਤੇ ਸਰਦਾਰ ਹਰੀ ਸਿੰਘ ਨਲੂਆ ਦੇ ਸਪੁੱਤਰ ਜਵਾਹਰ ਸਿੰਘ ਨਲੂਆ ਸ਼ਹੀਦ ਹੋ ਗਏ। ਬਾਬਾ ਜੀ ਕੋਲ ਭਾਵੇਂ 13,000 ਹਥਿਆਰਬੰਦ ਫੌਜ ਅਤੇ ਸੈਂਕੜੇ ਯੋਧੇ ਮਰ ਮਿਟਣ ਲਈ ਤਿਆਰ ਸੀ, ਪਰ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਧਾਰਨੀ ਬਾਬਾ ਜੀ ਨੇ ਸ਼ਾਂਤੀ ਵਿੱਚ ਰਹਿਣ ਦਾ ਹੀ ਉਪਦੇਸ਼ ਦਿੱਤਾ। ਆਪ ਜੀ ਨੇ ਪਰਉਪਕਾਰ ਨਿਮਿਤ ਆਪਣੇ ਸਰੀਰ ਦੀ ਸ਼ਹਾਦਤ ਦੇ ਦਿੱਤੀ। ਆਪਣੀ ਫੌਜ ਨੂੰ ਕਿਹਾ ਕਿ ਆਪਣੇ ਵੀਰ ਭਰਾ ਸਾਰੇ ਆ ਰਹੇ ਨੇ, ਕੜਾਹ ਪ੍ਰਸ਼ਾਦ ਤਿਆਰ ਕਰੋ, ਮਠਿਆਈਆਂ ਤਿਆਰ ਕਰੋ, ਕੋਠੇ ਭਰ ਦਿਓ। ਆਪਾਂ ਆਪਣੇ ਵੀਰਾਂ ਤੇ ਹਮਲਾ ਨਹੀਂ ਕਰਨਾ, ਗੁਰਸਿੱਖ ਭਰਾਵਾਂ ਨੇ ਲੜਨਾ ਨਹੀਂ ਆਪਸ ਵਿੱਚ, ਆਪਾਂ ਨਹੀਂ ਉਹਨਾਂ ਨੂੰ ਕੁਝ ਕਹਿਣਾ, ਉਹ ਭਾਵੇਂ ਆਪਾਂ ਸਾਰਿਆਂ ਨੂੰ ਮਾਰ ਦੇਣ। ਤੋਪ ਦਾ ਗੋਲਾ ਵੱਜ ਕੇ ਬਾਬਾ ਜੀ ਦੀ ਲੱਤ ਉੱਡ ਗਈ ਸੀ ਪੱਟ ਦੇ ਕੋਲੋਂ। ਫਿਰ ਉਸ ਵਕਤ ਜਦੋਂ ਉਹ ਚੱਲ ਕੇ ਆਏ ਸੀ ਤਾਂ ਜਦੋਂ ਉਹਨਾਂ ਨੇ ਦੇਖਿਆ ਕਿ ਬਾਬਾ ਜੀ ਦੇ ਸਿਪਾਹੀਆਂ ਨੇ ਨਾ ਤੋਪਾਂ 'ਚ ਬਰੂਦ ਨਾ ਇਹਨਾਂ ਨੇ ਗੋਲੀਆਂ ਚਲਾਈਆਂ ਤਾਂ ਸ਼ਹੀਦ ਹੋ ਗਏ ਬਾਬਾ ਜੀ ਵੀ। ਬਾਬਾ ਜੀ ਕੁਝ ਸਵਾਸ ਬਾਕੀ ਸੀ, ਕਹਿੰਦੇ ਆਓ ਭਾਈ ਫਤਿਹ ਬੁਲਾ ਕੇ, ਕਹਿੰਦੇ ਗੁਰਮੁਖੋ ਤੁਸੀਂ ਤਾਂ ਸਾਡੇ ਤੇ ਹਮਲਾ ਕੀਤਾ ਵੀਰੋ, ਅਸੀਂ ਤਾਂ ਅੰਮ੍ਰਿਤਧਾਰੀ ਸਮਝ ਕੇ ਸਾਰਿਆਂ ਨੂੰ ਚੰਗੀ ਗੁਰਸਿੱਖ ਫੌਜ ਸਮਝ ਕੇ ਅੱਜ ਤਾਂ ਤੁਹਾਡੇ ਜੀ ਆਇਆਂ ਨੂੰ ਕਹਿਣ ਵਾਸਤੇ ਕੋਠੇ ਕੜਾਹ ਪ੍ਰਸ਼ਾਦ ਦੇ ਭਰੇ ਪਏ ਨੇ, ਮਠਿਆਈਆਂ ਪਈਆਂ, ਲੰਗਰ ਤਿਆਰ ਕੀਤਾ ਪਿਆ, ਅਸੀਂ ਚੱਲਦੇ ਹਾਂ ਹੁਣ ਭਾਈ ਸੱਚਖੰਡ ਨੂੰ, ਤੁਸੀਂ ਛਕ ਲਿਓ ਮਗਰੋਂ। ਉਹ ਫਿਰ ਡੋਗਰੇ ਹੋਣੀ ਤੇ ਹੋਰ ਸਾਰੇ ਬਹੁਤ ਧਾਹਾਂ ਮਾਰ ਮਾਰ ਕੇ ਰੋਏ ਸੀ ਵੀ ਇੰਨੇ ਚੰਗੇ ਮਹਾਂਪੁਰਖ ਅਸੀਂ ਐਵੇਂ ਤੋਪਾਂ ਨਾਲ ਉਡਾਤੇ, ਸਾਰੇ ਸਿੰਘ ਮਾਰ ਤੇ ਸ਼ਹੀਦ ਕਰ ਦਿੱਤੇ। ਫਿਰ ਉਸ ਵਕਤ ਇਹ ਸ਼ਹੀਦੀ ਬਾਬਾ ਜੀ ਨੇ ਪ੍ਰਾਪਤ ਕੀਤੀ। ਬਾਬਾ ਜੀ ਨੇ ਸ਼ਾਂਤੀ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਆਪ ਜੀ ਨੇ ਪਰਉਪਕਾਰ ਨਿਮਿਤ ਆਪਣੇ ਸਰੀਰ ਦੀ ਸ਼ਹਾਦਤ ਦੇ ਦਿੱਤੀ। ਆਪ ਜੀ ਬਿਕਰਮੀ ਸੰਮਤ 1901 27 ਵਿਸਾਖ ਦਿਨ ਮੰਗਲਵਾਰ ਸਤਲੁਜ ਦੇ ਕਿਨਾਰੇ ਪਿੰਡ ਮੁੱਠਿਆਂ ਵਾਲੇ ਵਿੱਚ ਸ਼ਹੀਦੀ ਜਾਮ ਪੀ ਗਏ ਤੇ ਪ੍ਰਮਾਤਮਾ ਦੇ ਚਰਨਾਂ ਜਾ ਬਿਰਾਜੇ। ਇਹ ਕਹਿੰਦੇ ਨੇ ਵੀ ਉਦੋਂ ਪੰਥ ਨੂੰ ਸਰਾਪ ਹੋਇਆ ਸੀ, ਇਹੀ ਜਿਹੜਾ ਦੁੱਖ ਹੁਣ ਪੰਥ ਚੱਲ ਰਿਹਾ। ਮੁੜ ਕੇ ਪੰਥ ਵਿੱਚੋਂ ਕਿਸੇ ਨੇ ਇਹ ਗੱਲ ਦੀ ਸਾਰ ਹੀ ਨਹੀਂ ਲਈ। ਸਾਰਾ ਪੰਥ ਇਕੱਠਾ ਹੋ ਕੇ ਬਾਬਾ ਵੀਰ ਸਿੰਘ ਨਰੰਗਾਬਾਦੀਆਂ ਤੋਂ ਮਾਫੀ ਨਹੀਂ ਮੰਗ ਸਕਿਆ ਹੁਣ ਤੱਕ। ਇਹ ਗੱਲ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਵੀ ਕਹੀ ਸਾਰਿਆਂ ਨੂੰ। ਸੋ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਬੇਨਤੀ ਕੀਤੀ ਸੀ ਸਾਰਿਆਂ ਨੂੰ, ਪਹਿਲਾਂ ਵੀ ਕੀਤੀ ਜਥੇਦਾਰਾਂ ਨੂੰ, ਵੀ ਘੱਟੋ ਘੱਟ ਜਿਹੜੇ ਮਹਾਂਪੁਰਖਾਂ ਤੇ ਪੰਥ ਨੇ ਨਜਾਇਜ਼ ਹਮਲਾ ਕਰਕੇ ਇੰਨੇ ਸਿੰਘ ਮਾਰੇ ਆ, ਇੰਨੀਆਂ ਤੋਪਾਂ ਬੰਦੂਕਾਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਸੀ, ਪੰਥ ਨੂੰ ਇਕੱਠੇ ਹੋ ਕੇ ਮਾਫੀ ਮੰਗਣੀ ਚਾਹੀਦੀ ਸੀ। ਸੋ ਕਿਸੇ ਮਹਾਂਪੁਰਖ ਨੇ ਇਸ਼ਾਰਾ ਕੀਤਾ ਵੀ ਇਹ ਜਿਹੜਾ ਪੰਥ ਹੁਣ ਆਪਣਾ ਇੰਨੇ ਦੁੱਖ 'ਚੋਂ ਲੰਘ ਰਿਹਾ, ਕੁਝ ਬਣ ਨਹੀਂ ਰਿਹਾ, ਉਹੀ ਸਰਾਪ ਲੱਗਿਆ ਸਾਰੇ ਪੰਥ ਨੂੰ, ਕਿਉਂਕਿ ਇਹ ਪੰਥ ਨੇ ਹੀ ਤਾਂ ਮਾਰਿਆ ਸੀ ਜਾਣ ਬੁੱਝ ਕੇ ਹਮਲਾ ਕਰਕੇ ਮਹਾਂਪੁਰਖਾਂ ਨੂੰ। ਹੁਣ ਸਾਰਿਆਂ ਨੂੰ ਚਾਹੀਦਾ ਜਦੋਂ ਅਕਾਲ ਤਖਤ ਸਾਹਿਬ ਤੇ ਕੋਈ ਮਾਫੀ ਸਾਰਾ ਪੰਥ ਮੰਗੇਗਾ, ਕੀ ਕਹਿਣਾ ਵੱਖਰੀ ਗੱਲ ਹੈ, ਉਹਨਾਂ ਦੀ ਮਰਜ਼ੀ ਹੈ। ਸਾਡਾ ਵਿਚਾਰ ਹੈ ਕਿ ਜਿੱਥੇ ਬਾਬਾ ਜੀ ਨਰੰਗਾਬਾਦ ਵਿਖੇ ਬਾਬਾ ਵੀਰ ਸਿੰਘ ਦਾ ਸਥਾਨ ਹੈ, ਉੱਥੇ ਕਿਸੇ ਵਕਤ ਜੋੜ ਮੇਲੇ ਤੇ ਇਕੱਠ ਕਰਕੇ ਸਾਰਾ ਪੰਥ ਇਕੱਠਾ ਕਰਕੇ ਬਾਬਾ ਜੀ ਦੇ ਕੋਲੋਂ ਸਾਰੇ ਪੰਥ ਨੂੰ ਕਹੇ ਮਾਫੀ ਮੰਗੋ ਬਈ ਸਾਰੇ, ਕਿਉਂ ਬਾਬਾ ਜੀ ਨੂੰ ਜਾਣ ਬੁੱਝ ਕੇ ਬ੍ਰਹਮ ਗਿਆਨੀ ਨੂੰ ਮਾਰਨਾ ਛੋਟੀ ਜਿਹੀ ਗੱਲ ਨਹੀਂ ਹੁੰਦੀ। ਔਰ ਆਪਣੇ ਤੌਰ ਤੇ ਵੀ ਆਪਾਂ ਸਾਰੇ ਜਿੱਥੇ ਵੀ ਕੋਈ ਸੁਣਦਾ ਗੁਰੂ ਗ੍ਰੰਥ ਸਾਹਿਬ ਅੱਗੇ ਬੇਨਤੀ ਕਰਕੇ ਬਾਬਾ ਜੀ ਤੋਂ ਮਾਫੀ ਮੰਗੀਏ ਵੀ ਪੰਥ ਨੂੰ ਮਾਫ ਕਰੋ, ਅਸੀਂ ਤੁਹਾਡੇ ਨਾਲ ਬਹੁਤ, ਸਾਡੇ ਵੱਡਿਆਂ ਵਡੇਰਿਆਂ ਨੇ ਫੌਜਾਂ ਨੇ ਗਲਤੀਆਂ ਕਰਕੇ ਤੁਹਾਨੂੰ ਸ਼ਹੀਦ ਕਰ ਦਿੱਤਾ, ਤੁਸੀਂ ਕੜਾਹ ਪ੍ਰਸ਼ਾਦ ਬਣਾ ਕੇ ਰੱਖਿਆ ਪਰ ਸਿੰਘਾਂ ਨੇ ਕਿੰਨਾ ਮਾੜਾ ਕੀਤਾ ਉਸ ਵਕਤ। ਉਹ ਇਹ ਈਰਖਾ ਕਰਕੇ ਹੀ ਹੋਇਆ ਸਾਰਾ ਕੁਝ। ਤਾਂ ਤੇ ਜਦ ਤੱਕ ਆਪਾਂ ਮਾਫੀ ਨਹੀਂ ਮੰਗਦੇ ਬਾਬਾ ਜੀ ਤੋਂ, ਉਦੋਂ ਤੱਕ ਆਪਾਂ ਨੂੰ ਮੇਰਾ ਖਿਆਲ ਵੀ ਕਾਫੀ ਕਸ਼ਟ, ਹਲੇ ਸੌਖਾ ਜਿਹਾ ਕੰਮ ਨਹੀਂ ਬਣਨਾ ਆਪਣਾ। ਸਾਨੂੰ ਸਭ ਨੂੰ ਮਾਫੀ ਮੰਗਣੀ ਚਾਹੀਦੀ ਹੈ ਸਾਰੇ ਪੰਥ ਨੂੰ, ਤਾਂ ਕਿ ਸਾਡੇ ਉੱਤੇ ਕਿਰਪਾ ਰਹੇ। ਜਿੱਥੇ ਵੀ ਕਿਤੇ ਨਜਾਇਜ਼ ਇਹੋ ਜਿਹੀ ਹੋਈ, ਜਿਵੇਂ ਪਟਿਆਲੇ
ਸੋ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਜਿੱਥੇ ਪਹਿਲਾਂ ਜੋਤ ਜਗਦੀ ਹੁੰਦੀ ਸੀ, ਉੱਥੇ ਐਵੇਂ ਤੋਪਾਂ ਨਾਲ 500 ਸਿੰਘ ਬੁੱਢਾ ਦਲ ਦਾ ਸ਼ਹੀਦ ਕਰ ਦਿੱਤਾ ਸੀ। ਉੱਥੇ ਜਥੇਦਾਰ ਹਨੂਮਾਨ ਸਿੰਘ ਜੀ ਨੂੰ ਕਾਫੀ ਜ਼ਖਮੀ ਕੀਤਾ। ਗਾਹਾਂ ਜਾ ਕੇ ਸਿੰਘ ਸ਼ਹੀਦਾਂ ਵਿਖੇ ਉੱਥੇ ਫਿਰ ਹਨੂਮਾਨ ਜਥੇਦਾਰ ਜੀ ਨੇ ਸਰੀਰ ਛੱਡਿਆ ਸੀ। ਹਲੇ ਤੱਕ ਤਾਂ ਪੰਥ ਨੇ ਉਹ ਮਾਫੀ ਨਹੀਂ ਮੰਗੀ ਹੈ ਵੀ ਅਸੀਂ 500 ਤਿਆਰ ਪਰ ਤਿਆਰ ਖਾਲਸਾ ਬਾਣੀ ਪੜ੍ਹਨ ਵਾਲਾ ਨਿੰਗ ਸਿੰਘ ਫੌਜਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਤਰ੍ਹਾਂ ਸਾਨੂੰ ਬਹੁਤ ਸਾਰੀਆਂ ਗਲਤੀਆਂ ਹੋਈਆਂ, ਮਾਫੀ ਮੰਗੀ ਨਹੀਂ ਕਿਸੇ ਨੇ। ਬੇਅਦਬੀਆਂ ਤਾਂ ਕਰਨੀਆਂ ਸਾਰੇ ਜਾਣਦੇ ਨੇ, ਪਰ ਕਦੇ ਗੁਰੂ ਗ੍ਰੰਥ ਸਾਹਿਬ ਅੱਗੇ ਮਾਫੀ ਨਹੀਂ ਮੰਗੀ। ਤਾਂ ਮਾਫੀ ਮੰਗਣੀ ਚਾਹੀਦੀ ਸਾਨੂੰ ਸਾਰਿਆਂ ਨੂੰ। ਅਸੀਂ ਵੀ ਅੱਜ ਮਾਫੀ ਮੰਗਦੇ ਹਾਂ ਬਾਬਾ ਜੀ ਤੋਂ। ਬਾਬਾ ਜੀ ਸਾਨੂੰ ਮਾਫ ਕਰ ਦਿਓ ਔਰ ਚੜ੍ਹਦੀ ਕਲਾ ਕਰੋ ਪੰਥ ਦੀ। ਸਾਰੇ ਮਾਫੀ ਮੰਗੀਏ ਮਹਾਂਪੁਰਖਾਂ ਤੋਂ, ਗੁਰੂ ਗ੍ਰੰਥ ਸਾਹਿਬ ਤੋਂ, ਸਾਰੇ ਜੋ ਜਿੱਥੇ ਜਿੱਥੇ ਸਾਤੋਂ ਗਲਤੀਆਂ ਹੋਈਆਂ ਉਹਨਾਂ ਤੋਂ ਮਾਫੀ ਮੰਗਦੇ ਹੋਏ ਆਪਣਾ ਭਲਾ ਲੋਚਦੇ ਹਾਂ, ਸਾਰੇ ਪੰਥ ਦੀ ਚੜ੍ਹਦੀ ਕਲਾ ਮੰਗਦੇ ਹਾਂ ਸਾਰੇ। ਵਾਹਿਗੁਰੂ 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 ਵਾਹਿਗੁਰੂ